ਸਤਿ ਸ਼੍ਰੀ ਅਕਾਲ। ਤੁਸੀਂ ਜੁੜ ਚੁੱਕੇ ਹੋ ਜਸ ਪੰਜਾਬੀ ਦੇ ਨਾਲ। ਦੋ ਕਥਨ ਨੇ ਵਿੱਦਿਆ ਦੇ ਬਾਰੇ। ਫੈਲੇ ਵਿੱਦਿਆ ਚਾਨਣ ਹੋਏ ਤੇ ਇੱਕ ਕਿ ਵਿੱਦਿਆ ਮਨੁੱਖ ਦੇ ਲਈ ਤੀਜਾ ਨੇਤਰ ਹੈ। ਪਰ ਪੰਜਾਬੀ ਦਾ ਮਹਾਨ ਕਵੀ ਅਵਤਾਰ ਸਿੰਘ ਪਾਸ਼ ਇਸ ਦੇ ਬਿਲਕੁਲ ਉਲਟ ਲਿਖਦਾ ਹੋਇਆ ਆਪਣੀ ਕਵਿਤਾ ਦੇ ਵਿੱਚ ਕੋਟ ਕਰਦਾ ਹੈ ਕਿ ਵਿੱਦਿਆ ਮਨੁੱਖ ਦੇ ਮੱਥੇ ਦੇ ਵਿੱਚ ਟੀਰ ਹੈ। ਅਵਤਾਰ ਸਿੰਘ ਪਾਸ਼ ਵਿੱਦਿਆ ਨੂੰ ਮਨੁੱਖ ਦੇ ਮੱਥੇ ਦੇ ਉੱਤੇ ਟੀਰ ਕਿਉਂ ਲਿਖਦਾ ਹੈ? ਇਹਨਾਂ ਦੋ ਕਥਨਾਂ ਦੇ ਉਲਟ ਕਿ ਫੈਲੇ ਵਿੱਦਿਆ ਚਾਨਣ ਹੋਏ ਜਾਂ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਅਵਤਾਰ ਸਿੰਘ ਪਾਸ਼ ਉਸ ਵਿੱਦਿਆ ਨੂੰ ਮਨੁੱਖ ਦੇ ਮੱਥੇ ਦੇ ਉੱਤੇ ਟੀਰ ਮੰਨਦਾ ਹੈ ਜਿਹੜੀ ਵਿੱਦਿਆ ਮਨੁੱਖ ਦਾ ਬਹੁਪੱਖੀ ਸ਼ਖਸੀਅਤ ਵਿਕਾਸ ਨਹੀਂ ਕਰਦੀ, ਜਿਹੜੀ ਵਿੱਦਿਆ ਮਨੁੱਖ ਨੂੰ ਉਸ ਦੀਆਂ ਜੜ੍ਹਾਂ, ਉਸ ਦੀਆਂ ਰੂਟਸ ਨਾਲੋਂ ਤੋੜਦੀ ਹੈ, ਜਿਹੜੀ ਵਿੱਦਿਆ ਮਨੁੱਖ ਨੂੰ ਇੱਕ ਐਸਾ ਅਸੱਭਿਅ ਪ੍ਰਾਣੀ ਬਣਾਉਂਦੀ ਹੈ ਕਿ ਉਹ ਸਮਾਜ ਦੇ ਵਿੱਚ ਵਿਚਰਨ ਯੋਗ ਨਹੀਂ ਰਹਿੰਦਾ। ਜਦੋਂ ਵਿੱਦਿਆ ਦੀ ਗੱਲ ਚੱਲਦੀ ਹੈ ਤਾਂ ਜਿਸ ਇਲਾਕੇ ਦੇ ਵਿੱਚ ਮੈਂ ਬੈਠਾ, ਇਹ ਇਲਾਕਾ ਮਾਲਵੇ ਦਾ ਇਲਾਕਾ ਹੈ। ਮਾਲਵੇ ਦਾ ਉਹ ਇਲਾਕਾ ਜਿਸ ਨੂੰ ਕਿਸੇ ਵਕਤ ਹਰ ਪੱਖ ਤੋਂ ਪਛੜਿਆ ਹੋਇਆ ਮੰਨਿਆ ਜਾਂਦਾ ਸੀ, ਖਾਸ ਤੌਰ ਦੇ ਉੱਤੇ ਵਿੱਦਿਆ ਦੇ ਪੱਖ ਤੋਂ। ਜ਼ਿਲ੍ਹਾ ਸੰਗਰੂਰ ਦੇ ਨਾਲ ਪੈਂਦਾ ਮਾਨਸਾ, ਬਠਿੰਡਾ, ਹਬੋਰ, ਫਾਜ਼ਿਲਕਾ, ਇਹ ਮਾਨਸਾ ਦੇ ਉਹ ਇਲਾਕੇ ਸੀ ਜਿੱਥੇ ਸਿੱਖਿਆ ਬਹੁਤ ਦੂਰ ਦੀ ਗੱਲ ਹੁੰਦੀ ਸੀ। ਕੋਈ ਟਾਵਾਂ ਕੋਈ ਵਿਰਲਾ ਜਿਹੜਾ ਸੀ ਉਹ ਸਿੱਖਿਆ ਗ੍ਰਹਿਣ ਕਰਦਾ ਸੀ। ਪਰ ਅੱਜ ਤੋਂ 1 ਸਦੀ ਪਹਿਲਾਂ ਇੱਕ ਮਹਾਂਪੁਰਖ ਦਾ ਜਨਮ ਹੁੰਦਾ ਹੈ ਚੀਮਾ ਸਾਹਿਬ, ਪਿੰਡ ਚੀਮਾ ਦੇ ਵਿੱਚ, ਚੀਮਾ ਸਾਹਿਬ ਦੇ ਵਿੱਚ। ਮਹਾਂਪੁਰਖਾਂ ਦਾ ਨਾਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ। ਸਿੱਖਿਆ ਨੂੰ ਪਰਨਾਈ ਹੋਈ ਇੱਕ ਐਸੀ ਸ਼ਖਸੀਅਤ ਜਿਸ ਸ਼ਖਸੀਅਤ ਨੇ ਸਿੱਖਿਆ ਦੇ ਪ੍ਰਚਾਰ, ਸਿੱਖਿਆ ਦੇ ਪਸਾਰ ਦੇ ਲਈ ਆਪਣਾ ਸਭ ਕੁਝ ਅਰਪਣ ਕਰ ਦਿੱਤਾ। ਔਰ ਪਹਿਲਾ ਵਿਦਿਆਲਿਆ, ਅਕਾਲ ਵਿਦਿਆਲਿਆ ਜਿਹੜਾ ਲੜਕੀਆਂ ਦਾ ਸੀ, ਉਹ ਇੱਥੋਂ ਕੁਝ 1 ਕਿਲੋਮੀਟਰ ਦੀ ਦੂਰੀ ਤੇ ਮਸਤੂਆਣਾ ਸਾਹਿਬ ਵਿਖੇ ਸਥਾਪਿਤ ਕੀਤਾ। ਕਿਉਂਕਿ ਉਹਨਾਂ ਨੇ ਉਸ ਜ਼ਮਾਨੇ ਦੇ ਵਿੱਚ, ਜਦੋਂ ਅਸੀਂ ਗੁਲਾਮੀ ਦੀ ਜ਼ਿੰਦਗੀ ਹੰਢਾਰੇ ਸੀ, ਬ੍ਰਿਟਿਸ਼ ਕਾਲ ਦਾ ਜਿਹੜਾ ਦੌਰ ਸੀਗਾ, ਉਦੋਂ ਇਹਨਾਂ ਨੇ ਇਹ ਸਮਝ ਲਿਆ ਸੀ ਕਿ ਜੇਕਰ ਮਨੁੱਖ ਨੇ ਸਮਾਜ ਦੇ ਵਿੱਚ ਵਿਚਰਨਾ ਹੈ, ਜੇਕਰ ਮਨੁੱਖ ਨੇ ਆਪਣੇ ਵਿਚਾਰਾਂ ਨੂੰ ਤਿੱਖੇ ਕਰਨਾ ਹੈ, ਜੇਕਰ ਮਨੁੱਖ ਨੇ ਆਪਣੇ ਵਿਚਾਰਾਂ ਨੂੰ ਤਾਰਕਿਕ ਬਣਾਉਣਾ ਹੈ, ਕਿਉਂਕਿ ਬਾਬੇ ਨਾਨਕ ਨੇ ਸਾਨੂੰ ਤਰਕ ਦਾ ਫਲਸਫਾ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਹ ਰੀਤ ਚਲਾਈ ਜਿਹੜੀ ਰੀਤ ਤਰਕ ਦੀ ਰੀਤ ਹੈ। ਤਾਂ ਫਿਰ ਸਮਝ ਲਿਆ ਸੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਕਿ ਉਸ ਤਾਰਕਿਕ ਰੀਤ ਨੂੰ ਮੁੜ ਤੋਂ ਸੁਰਜੀਤ ਕਰਨਾ ਪਏਗਾ ਅਤੇ ਉਸ ਦਾ ਇੱਕੋ ਇੱਕ ਢੰਗ ਹੈ, ਇੱਕੋ ਇੱਕ ਤਰੀਕਾ ਹੈ ਕਿ ਵਿੱਦਿਆ ਦਾ ਵੱਧ ਤੋਂ ਵੱਧ ਪ੍ਰਚਾਰ ਪਸਾਰ ਕੀਤਾ ਜਾਏ। ਔਰ ਕਿਹੜੀ ਵਿੱਦਿਆ? ਦੁਨਿਆਵੀ ਵਿੱਦਿਆ ਦੇ ਨਾਲ ਗੁਰਮਤ ਵਿੱਦਿਆ। ਤੁਹਾਡੀਆਂ ਜੜ੍ਹਾਂ, ਤੁਹਾਡੇ ਸੰਸਕਾਰ, ਤੁਹਾਡਾ ਸੱਭਿਆਚਾਰ, ਤੁਹਾਡਾ ਧਰਮ, ਤੁਹਾਡੀਆਂ ਰਹੁ ਰੀਤਾਂ, ਤੁਹਾਡੀਆਂ ਰਵਾਇਤਾਂ ਤੁਹਾਡੇ ਸੰਸਕਾਰ ਦਾ, ਤੁਹਾਡੀ ਜੀਵਨ ਜਾਂਚ ਦਾ ਹਿੱਸਾ ਬਣਨ। ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਸੁਪਨੇ ਨੂੰ ਫਿਰ ਅੱਗੇ ਸਾਕਾਰ ਕਰਨ ਦੀ ਇੱਕ ਕੋਸ਼ਿਸ਼ ਕੀਤੀ ਔਰ ਸ਼ੁਰੂਆਤ ਕੀਤੀ ਅੱਜ ਤੋਂ 35 ਸਾਲ ਪਹਿਲਾਂ ਬਾਬਾ ਇਕਬਾਲ ਸਿੰਘ ਜੀ ਹੋਰਾਂ ਨੇ। ਬਾਬਾ ਇਕਬਾਲ ਸਿੰਘ ਜੀ ਬੜੀ ਆਰਾਮਪ੍ਰਸਤ ਜ਼ਿੰਦਗੀ ਬਤੀਤ ਕਰ ਸਕਦੇ ਸਨ, ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਜੰਗਲਾਤ ਵਿਭਾਗ ਦੇ ਵਿੱਚ ਉਹ ਬਹੁਤ ਉੱਚ ਅਹੁਦੇ ਦੇ ਉੱਤੇ ਵਿਰਾਜਮਾਨ ਸਨ। ਉਹਨਾਂ ਦੇ ਜਿਹੜੇ ਮਿੱਤਰ ਸਨ, ਖੇਮ ਸਿੰਘ ਗਿੱਲ, ਡਾਕਟਰ ਖੇਮ ਸਿੰਘ ਗਿੱਲ, ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਉਹ ਪਰਮ ਮਿੱਤਰ ਸਨ ਸਾਰੇ। ਇਹ ਦੋਨੇ ਆਪਸ ਦੇ ਵਿੱਚ ਉਹ ਉੱਥੋਂ ਦੇ ਵਾਈਸ ਚਾਂਸਲਰ ਰਹੇ ਸਨ। ਸੋ ਆਪਣੀ ਰਿਟਾਇਰਮੈਂਟ ਤੋਂ ਬਾਅਦ ਬਾਬਾ ਇਕਬਾਲ ਸਿੰਘ ਜੀ ਜਿਵੇਂ IAS ਅਧਿਕਾਰੀ ਹੁੰਦੇ ਨੇ, ਆਪਣੀ ਐਸ਼ ਪ੍ਰਸਤੀ ਦੀ, ਆਰਾਮ ਪ੍ਰਸਤੀ ਦੀ ਜ਼ਿੰਦਗੀ ਜਿਉ ਸਕਦੇ ਸੀ। ਪਰ ਉਹਨਾਂ ਦੇ ਮਨ ਦੇ ਅੰਦਰ ਗੁਰੂ ਦੀ ਤਾਂਘ ਸੀ, ਗੁਰਬਾਣੀ ਦੀ ਤਾਂਘ ਸੀ। ਉਹਨਾਂ ਦੇ ਮਨ ਦੇ ਅੰਦਰ ਲੋਚਾਂ ਸੀ ਕਿ ਦਸਮ ਪਿਤਾ ਨੇ ਤਲਵੰਡੀ ਸਾਬੋ ਦੇ ਵਿੱਚ ਕੀ ਕਿਹਾ ਸੀ, ਕੀ ਫਰਮਾਇਆ ਸੀ, ਔਰ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ, ਸੰਤ ਬਾਬਾ ਤੇਜਾ ਸਿੰਘ ਜੀ, ਇਹਨਾਂ ਦਾ ਮਿਸ਼ਨ ਕੀ ਸੀ। ਉਹਨਾਂ ਤੋਂ ਬਾਅਦ ਇਹਨਾਂ ਦੇ ਮਿਸ਼ਨ ਦੀ ਪੂਰਤੀ ਕਿਵੇਂ ਹੋਵੇ, ਅਕਾਲ ਦੀ ਫੌਜ ਕਿਵੇਂ ਬਣੇ, ਉਹ ਫੌਜ ਜਿਹੜੀ ਦਿਮਾਗੀ ਤੌਰ ਦੇ ਉੱਤੇ ਚੇਤਨ ਹੋਵੇ, ਇੱਦਾਂ ਦੀ ਚੇਤਨਤਾ ਹੋਵੇ ਜਿਸ ਦੇ ਵਿੱਚ ਕਿ ਜਿਹੜੀ ਬਾਣੇ ਦੇ ਰੂਪ ਦੇ ਵਿੱਚ ਵੀ ਪਛਾਣੀ ਜਾਏ, ਬਾਣੀ ਦੇ ਰੂਪ ਦੇ ਵਿੱਚ ਵੀ ਪਛਾਣੀ ਜਾਏ। ਔਰ ਜਦੋਂ ਹਾਇਰ ਐਜੂਕੇਸ਼ਨ ਦੀ ਗੱਲ ਆਵੇ, ਜਦੋਂ ਮਾਡਰਨ ਐਜੂਕੇਸ਼ਨ ਦੀ ਗੱਲ ਆਵੇ, ਤਾਂ ਫਿਰ ਮਾਡਰਨ ਐਜੂਕੇਸ਼ਨ ਦੇ ਵਿੱਚ ਵੀ ਉਹ ਐਸੀ ਸਿੱਖਿਆ ਹਾਸਲ ਕਰਨ ਜਿਹੜੀ ਦੁਨੀਆ ਦੀ ਗਲੋਬਲ ਲੈਵਲ ਦੀ ਜਿਹੜੀ ਐਜੂਕੇਸ਼ਨ ਹੈ ਉਸ ਦੇ ਵਿੱਚ ਆਪਣਾ ਪੈਰ ਧਰਦੇ ਹੋਏ ਨਜ਼ਰ ਆਉਣ। ਇਸੇ ਲੜੀ, ਇਸੇ ਕੜੀ ਦੇ ਤਹਿਤ ਉਹਨਾਂ ਨੇ ਬੜੂ ਸਾਹਿਬ ਨੂੰ ਪ੍ਰਗਟ ਕੀਤਾ। ਕਲਗੀਧਰ ਟਰਸਟ ਬਣਿਆ ਪਹਿਲਾਂ। ਸਭ ਤੋਂ ਪਹਿਲਾਂ ਅਕਾਲ ਅਕੈਡਮੀ ਬੜੂ ਸਾਹਿਬ ਬਣਾਈ। ਫਿਰ ਪੰਜਾਬ ਵੱਲ ਰੁਖ ਕੀਤਾ ਕਿਉਂਕਿ ਪੰਜਾਬੀ ਸਨ, ਪੰਥ ਦਰਦੀ ਸਨ। ਸਭ ਤੋਂ ਪਹਿਲੀ ਅਕੈਡਮੀ ਬਣਾਈ ਸ੍ਰੀ ਮੁਕਤਸਰ ਸਾਹਿਬ, 40 ਮੁਕਤਿਆਂ ਦੀ ਧਰਤੀ 'ਤੇ, ਜਿੱਥੇ ਬੇਦਾਵਾ ਪਾੜਿਆ ਗਿਆ, ਮੁਕਤ ਕੀਤਾ ਗਿਆ। ਮੁਕਤਸਰ ਸਾਹਿਬ ਦੇ ਵਿੱਚ ਪਹਿਲੀ ਅਕਾਲ ਅਕੈਡਮੀ ਦੀ ਸਥਾਪਨਾ ਹੁੰਦੀ ਹੈ ਅਤੇ ਦੂਸਰੀ ਅਕਾਲ ਅਕੈਡਮੀ ਦੀ ਸਥਾਪਨਾ ਸਮਰਪਿਤ ਕੀਤੀ ਜਾਂਦੀ ਹੈ ਜਨਮ ਸਥਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਚੀਮਾ ਸਾਹਿਬ ਵਿਖੇ। ਸੋ ਅਸੀਂ ਅੱਜ ਚੀਮਾ ਸਾਹਿਬ ਦੀ ਅਕਾਲ ਅਕੈਡਮੀ ਜਿਹੜੀ ਜਿਸ ਨੂੰ ਮਾਣ ਹਾਸਲ ਹੈ
ਕਿ ਅਕਾਲ ਅਕੈਡਮੀਆਂ ਦੀ ਲੜੀ ਦੇ ਵਿੱਚ ਤੀਸਰੀ ਤੇ ਪੰਜਾਬ ਦੀ ਦੂਸਰੀ ਅਕਾਲ ਅਕੈਡਮੀ ਹੈ। ਆਓ ਇਸ ਅਕੈਡਮੀ ਦੇ ਐਜੂਕੇਸ਼ਨਲ ਸਟਰਕਚਰ ਬਾਰੇ, ਇੱਥੇ ਕਿਹੜੀਆਂ ਵਿਦਿਅਕ ਸੁਵਿਧਾਵਾਂ ਨੇ, ਵਿਦਿਆਰਥੀਆਂ ਨਾਲ ਕਿੱਦਾਂ ਦੇ ਤਜਰਬੇ ਰਹਿੰਦੇ ਆ, ਪਿੰਡਾਂ ਦੇ ਵਿੱਚ ਮਾਪਿਆਂ ਨਾਲ ਕਿੱਦਾਂ ਦੇ ਤਜਰਬੇ ਰਹਿੰਦੇ ਆ, ਇਹ ਅਕੈਡਮੀ ਨੇ ਕਿਹੜੇ ਵਿਦਿਆਰਥੀ ਹੁਣ ਤੱਕ ਪੈਦਾ ਕੀਤੇ, ਕਿਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਹੈ ਜਿਸ ਦੇ ਰਾਹੀਂ ਅਸੀਂ ਵਿਦਿਆਰਥੀਆਂ ਨੂੰ ਮੋਰਲ ਵੈਲਿਊਜ਼ ਵੀ ਸਿਖਾ ਰਹੇ ਹਾਂ, ਐਥਿਕ ਵੈਲਿਊ ਵੀ ਸਿਖਾ ਰਹੇ ਹਾਂ ਔਰ ਉਹਨਾਂ ਨੂੰ ਜਿਹੜੀ ਸਾਡੀ ਰਵਾਇਤ ਹੈ ਉਸ ਰਵਾਇਤ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਆਓ ਪ੍ਰਿੰਸੀਪਲ ਮੈਡਮ ਨੇ ਸਾਡੇ ਨਾਲ ਸੁਦਰਪਨ ਮੈਡਮ ਤੇ ਬਾਕੀ ਸਾਰੇ ਸਾਡੇ ਸੱਜਣ ਜਿਹੜੇ ਖਾਸ ਤੌਰ ਦੇ ਉੱਤੇ ਅਮਰੀਕਾ ਤੋਂ ਚੱਲ ਕੇ ਆਏ ਹੋਏ ਨੇ ਉਹ ਪਰਿਵਾਰ, ਇਹਨਾਂ ਦਾ ਵੀ ਸਵਾਗਤ ਹੈ। ਸਾਡੇ ਭੈਣ ਜੀ ਮੁਕਤਾ ਜੀ ਆਏ ਹੋਏ ਨੇ, ਹਰਭਜਨ ਜੀ ਆਏ ਹੋਏ ਨੇ, ਮਸਤਾਨ ਸਿੰਘ ਜੀ ਆਏ ਹੋਏ ਨੇ, ਉਹਨਾਂ ਦੇ ਪਰਿਵਾਰ ਆਏ ਹੋਏ ਨੇ, ਮੈਡਮ ਬੈਠੇ ਨੇ। ਮੈਡਮ ਸੁਦਰਪਨ ਜੀ ਕੋਲ ਚੱਲਦੇ ਹਾਂ। ਮੈਡਮ ਬਹੁਤ ਸਵਾਗਤ ਹੈ ਤੁਹਾਡਾ, ਜੀ ਆਇਆਂ ਨੂੰ ਜੀ ਸਾਡੇ ਨਾਲ ਸਾਰਿਆਂ ਦੇ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਡਮ ਵਿਸਥਾਰ ਸਾਹਿਤ ਆਪਾਂ ਇਸ ਅਕੈਡਮੀ ਬਾਰੇ ਜਾਣਕਾਰੀ ਸਾਂਝੀ ਕਰੀਏ। ਅਕੈਡਮੀ ਦੇ ਇਨਫਰਾਸਟ੍ਰਕਚਰ ਤੋਂ ਲੈ ਕੇ ਅਕੈਡਮੀ ਦੀਆਂ ਮੋਰਲ ਵੈਲਿਊਜ਼ ਤੱਕ ਔਰ ਸੰਸਾਰਿਕ ਵਿੱਦਿਆ ਤੱਕ ਅਸੀਂ ਕਿਸ ਤਰ੍ਹਾਂ ਦੇ ਇੱਕ ਖੇਤਰ ਦੇ ਵਿੱਚੋਂ ਗੁਜ਼ਰ ਰਹੇ ਹਾਂ, ਸਾਡੇ ਕਿੱਦਾਂ ਦੇ ਤਜਰਬੇ ਹੋ ਰਹੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਅਕਾਲ ਅਕੈਡਮੀਜ਼ ਦਾ ਮੇਨ ਏਮ ਹੈ ਉਹ ਹੈ ਸਪਿਰਿਚੁਅਲ ਐਜੂਕੇਸ਼ਨ ਤੇ ਵੈਲਿਊ ਬੇਸਡ ਐਜੂਕੇਸ਼ਨ, ਤੇ ਨਾਲ ਅਸੀਂ ਇੱਕ ਵਰਲਡ ਕਲਾਸ ਦੀ ਐਜੂਕੇਸ਼ਨ ਵੀ ਬੱਚਿਆਂ ਨੂੰ ਦਿੰਦੇ ਹਾਂ। ਇਸ ਟਾਈਮ ਅਕਾਲ ਅਕੈਡਮੀ ਚੀਮਾ ਜੋ ਕਿ ਇੱਕ ਸੰਤ ਅਤਰ ਸਿੰਘ ਜੀ ਮਹਾਰਾਜ ਦਾ ਜਨਮ ਸਥਾਨ ਹੈ, ਇਹਦੇ ਵਿੱਚ ਅਸੀਂ 101 ਪਿੰਡ ਕਵਰ ਕਰ ਰਹੇ ਹਾਂ ਔਰ ਜਿਹਦੇ ਵਿੱਚ ਘੱਟ ਤੋਂ ਘੱਟ 40 ਕਿਲੋਮੀਟਰ ਦੇ ਰੇਡੀਅਸ ਤੋਂ ਬੱਚੇ ਆ ਰਹੇ ਹੈ। ਔਰ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਹਨਾਂ ਅਕੈਡਮੀਆਂ ਦਾ ਇਹੋ ਜਿਹੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਹੈ। ਹਜੇ ਵੀ ਜਦ ਕਿ ਇਹ ਅਕੈਡਮੀ ਸ਼ੁਰੂ ਹੋਈ ਨੂੰ 28 ਸਾਲ ਬੀਤ ਗਏ ਹੈ, ਸਾਡੇ ਕੋਲ 50% ਪੇਰੈਂਟਸ ਹਜੇ ਵੀ ਇੱਦਾਂ ਦੇ ਆਉਂਦੇ ਹੈ ਬਿਲਕੁਲ ਅਨਪੜ੍ਹ ਹੁੰਦੇ ਹੈ, ਲੇਕਿਨ ਉਹ ਆਪਣੇ ਬੱਚਿਆਂ ਨੂੰ ਇੱਕ ਇੰਗਲਿਸ਼ ਮੀਡੀਅਮ ਦੇ ਵਿੱਚ ਵਿੱਦਿਆ ਦਿਵਾਉਣਾ ਚਾਹੁੰਦੇ ਹੈ ਤਾਂ ਕਿ ਉਹਨਾਂ ਦੇ ਬੱਚੇ ਜਿਹੜੇ ਹੈ ਸ਼ਹਿਰਾਂ ਵਿੱਚ ਜਾ ਕੇ ਸ਼ਹਿਰਾਂ ਦੇ ਬੱਚਿਆਂ ਨੂੰ ਕੰਪੀਟ ਕਰ ਸਕਣ। ਔਰ ਅਸੀਂ ਬਾਬਾ ਜੀ ਦਾ ਸੰਤ ਅਤਰ ਸਿੰਘ ਜੀ ਮਹਾਰਾਜ, ਸੰਤ ਤੇਜਾ ਸਿੰਘ ਜੀ ਦਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਸੁਪਨਾ ਦੇਖਿਆ ਕਿ ਪਿੰਡਾਂ ਦੇ ਵਿੱਚ ਅਸੀਂ ਅਕਾਲ ਅਕੈਡਮੀਜ਼ ਖੋਲ੍ਹੀਆਂ ਜਾਣ ਤਾਂ ਕਿ ਬੱਚੇ ਜਿਹੜੇ ਹੈ ਉਹ ਇੰਗਲਿਸ਼ ਦੇ ਵਿੱਚ ਵਿੱਦਿਆ ਲੈ ਕੇ ਤੇ ਹੋਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮਿਸ਼ਨ ਹੈ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਵਧਾਉਣ ਤੇ ਆਪਣਾ ਜਿਹੜਾ ਹੈ ਸੰਦੇਸ਼ ਦੂਜੀਆਂ ਜਗ੍ਹਾ 'ਤੇ ਜਾ ਕੇ ਇੰਗਲਿਸ਼ ਦੇ ਵਿੱਚ ਦੇ ਸਕਣ, ਜੋ ਕਿ ਅੱਜ ਦੀ ਜੋ ਸਮਾਜ ਦੀ ਇੱਕ ਲੋੜ ਹੈ। ਤੋ ਸਾਡਾ ਜਿਹੜਾ ਸਭ ਤੋਂ ਪਹਿਲੇ ਅਕਾਲ ਅਕੈਡਮੀ ਦਾ ਜਿਹੜਾ ਸ਼ੁਰੂਆਤ ਸਵੇਰੇ ਸ਼ਡਿਊਲ ਕੀ ਹੈ, ਸਵੇਰੇ ਆਪਾਂ ਬੱਚਿਆਂ ਦੇ ਨਾਲ ਸਭ ਤੋਂ ਪਹਿਲੇ ਸਾਰਾ ਸਟਾਫ ਤੇ ਬੱਚੇ ਮਿਲ ਕੇ ਨਿਤਨੇਮ ਸ਼ੁਰੂ ਕਰਦੇ ਹਾਂ। ਨਿਤਨੇਮ ਤੋਂ ਬਾਅਦ ਹੀ ਸਾਡਾ ਫਸਟ ਪੀਰੀਅਡ ਸ਼ੁਰੂ ਹੁੰਦਾ ਹੈ। ਨਿਤਨੇਮ ਦੇ ਵਿੱਚ ਬਹੁਤ ਹੀ ਸ਼ਰਧਾ ਦੇ ਨਾਲ ਬੱਚੇ ਸਾਰੇ ਨਿਤਨੇਮ ਕਰਦੇ ਹੈ। ਆਪ ਜੀ ਮੰਨ ਕੇ ਚੱਲੋ ਅਕਾਲ ਅਕੈਡਮੀ ਦੇ ਵਿੱਚ ਇਸ ਟਾਈਮ 1290 ਬੱਚੇ ਹੈ। ਸਾਰੇ ਬੱਚੇ ਜਿਹੜੇ ਹੈ ਆਪਣੇ ਕਲਾਸ ਵਾਈਜ਼ ਸਿਲੇਬਸ ਵਾਈਜ਼ ਜਿਹੜਾ ਹੈ ਉਹ ਨਿਤਨੇਮ ਕਰਦੇ ਹੈ ਔਰ ਨਿਤਨੇਮ ਤੋਂ ਬਾਅਦ ਬਹੁਤ ਹੀ ਸ਼ਾਂਤੀ ਦੇ ਨਾਲ, ਬਹੁਤ ਹੀ ਪੇਸ਼ੈਂਟ ਦੇ ਨਾਲ ਕਿ ਬੱਚੇ ਜਿਹੜੇ ਹੈ ਇਹ ਵਿੱਦਿਆ ਪ੍ਰਾਪਤ ਕਰਦੇ ਹੈ। ਮੈਡਮ 101 ਪਿੰਡ ਕਵਰ ਕਰ ਲਏ, ਮਾਪਿਆਂ ਦਾ ਕਿੱਦਾਂ ਦਾ ਰਿਸਪੌਂਸ ਹੁੰਦਾ ਜਦੋਂ ਹੁਣ, ਕਿਉਂਕਿ ਰਾਈਟ ਨਾਓ ਹੁਣ ਨਵੀਆਂ ਐਡਮਿਸ਼ਨਸ ਦਾ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਆਪਾਂ ਵੀ ਪਿੰਡਾਂ ਦੇ ਵਿੱਚ ਟੀਮਸ ਨੂੰ ਭੇਜਦੇ ਹੁੰਦੇ ਹਾਂ, ਮੋਟੀਵੇਟ ਕਰਦੇ ਹਾਂ ਉਹਨਾਂ ਨੂੰ ਕਿ ਸਾਨੂੰ ਅਕੈਡਮੀ ਨਾਲ ਜੁੜਨਾ ਚਾਹੀਦਾ, ਜਾਂ ਜਿਹੜੇ ਸਾਡੇ ਐਕਸ ਸਟੂਡੈਂਟ ਨੇ, ਜਿਹੜੇ ਐਕਸ ਪੇਰੈਂਟਸ ਵੀ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ, ਉਹਨਾਂ ਦਾ ਕਿੱਦਾਂ ਦਾ ਰਿਸਪੌਂਸ ਰਿਹਾ ਹੁਣ ਤੱਕ ਸਾਡੇ ਨਾਲ ਜੁੜ ਕੇ? ਸਾਡਾ ਰਿਸਪੌਂਸ ਬਹੁਤ ਹੀ ਅੱਛਾ ਹੈ ਕਿਉਂਕਿ ਜਿਹੜੇ ਬੱਚੇ ਇੱਥੋਂ ਦੀ ਵਿੱਦਿਆ ਪ੍ਰਾਪਤ ਕਰ ਲੈਂਦੇ ਹੈ ਉਹਨਾਂ ਨੂੰ ਜਦੋਂ ਉਹ ਆਈਲੈਟਸ ਕਰਦੇ ਹੈ ਉਹਨਾਂ ਨੂੰ ਇਹਨਾਂ ਦੀ ਟ੍ਰੇਨਿੰਗ ਨਹੀਂ ਲੈਣੀ ਪੈਂਦੀ ਕਿਉਂਕਿ ਸਾਡਾ ਜਿਹੜਾ ਮੇਨ ਹੈ ਕੈਂਪਸ ਲੈਂਗੁਏਜ ਹੀ ਇੰਗਲਿਸ਼ ਹੈ। ਉਹਨਾਂ ਦੀ ਪਿੰਡਾਂ ਦੇ ਬੱਚਿਆਂ ਦੀ ਇੰਗਲਿਸ਼ ਇੰਨੀ ਜ਼ਿਆਦਾ ਫਲੂਐਂਟ ਹੋ ਜਾਂਦੀ ਹੈ ਕਿ ਸਿਰਫ ਇੱਕ ਪ੍ਰੋਸੀਜਰ ਦੇ ਤੌਰ 'ਤੇ ਉਹਨਾਂ ਨੂੰ ਆਈਲੈਟਸ ਤੋਂ ਗੁਜ਼ਰਨਾ ਪੈਂਦਾ, ਅਦਰਵਾਈਜ਼ ਉਹ ਟ੍ਰੇਨਿੰਗ ਲੈਣ ਦੀ ਉਹਨਾਂ ਨੂੰ ਲੋੜ ਨਹੀਂ ਪੈਂਦੀ। ਔਰ ਜ਼ਿਆਦਾਤਰ ਪੇਰੈਂਟਸ ਇਸ ਕਰਕੇ ਲਿਆਉਂਦੇ ਹੈ ਕਿਉਂਕਿ ਉਹਨਾਂ ਦੇ ਵੱਡੇ ਭੈਣ ਭਰਾ ਜਾਂ ਉਹਨਾਂ ਦੇ ਕੋਈ ਰਿਸ਼ਤੇਦਾਰ ਜਦੋਂ ਬੱਚੇ ਪੜ੍ਹ ਕੇ ਅੱਛੇ ਅਹੁਦਿਆਂ 'ਤੇ ਚਲੇ ਜਾਂਦੇ ਹੈ ਉਹ ਫਿਰ ਆਪਣੇ ਬੱਚੇ ਇੱਥੇ ਹੋਰ ਲੈ ਕੇ ਆਉਂਦੇ ਹੈ।
ਕਿ ਸਾਡੇ ਵੀ ਬੱਚੇ ਅਕਾਲ ਅਕੈਡਮੀ ਦੇ ਵਿੱਚ ਪੜ੍ਹਨ। ਇਸ ਕਰਕੇ ਸਾਡੀ ਐਡਮਿਸ਼ਨ ਬਹੁਤ ਅੱਛੀ ਹੁੰਦੀ ਹੈ। ਇਹ ਸਾਡਾ ਮੇਨ ਬੇਸ ਹੈ। ਦੂਸਰਾ ਬੇਸ ਹੈ ਸਾਡਾ ਗੁਰਬਾਣੀ ਦਾ ਜੀ। ਗੁਰਬਾਣੀ ਕਰਕੇ ਬੱਚੇ ਪਿੰਡਾਂ ਦੇ ਜਿਹੜੇ ਹੈਗੇ ਹੈ ਪੇਰੈਂਟਸ, ਉਹ ਕਹਿੰਦੇ ਹੈ ਕਿ ਸਾਡਾ ਬੱਚਾ ਘੱਟ ਤੋਂ ਘੱਟ ਗੁਰਬਾਣੀ ਤਾਂ ਸਿੱਖ ਲੇਗਾ ਨਾ। ਇਸ ਕਰਕੇ ਬੱਚੇ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ। ਮੈਡਮ ਆਪਣੀ ਅਕੈਡਮੀ ਦੇ ਬੱਚੇ, ਕਿਉਂਕਿ ਬਹੁਤ ਵੱਡੀ ਅਕੈਡਮੀ ਹੈ, 1300 ਬੱਚਾ ਹੋ ਗਿਆ, ਅਸੀਂ 100 ਦੇ ਨੇੜੇ ਪਿੰਡ ਕਵਰ ਕਰ ਰਹੇ ਹਾਂ। 28 ਸਾਲ ਹੋ ਗਏ ਸਾਡੀ ਅਕੈਡਮੀ ਨੂੰ ਚੱਲਦੇ ਹਾਂ। ਸਾਡੇ ਸ਼ਾਇਦ ਜੇ ਤੁਹਾਨੂੰ ਕੁਝ ਯਾਦ ਹੋਵੇ, ਸਾਡੇ ਕੁਝ ਇੱਕ ਐਸੇ ਵਿਦਿਆਰਥੀ ਹੋਣ ਜਿਹੜੇ ਸੇਵਾਵਾਂ ਦੇ ਵਿੱਚ ਗਏ ਹੋਣ, ਸਰਵਿਸਿਜ਼ ਦੇ ਵਿੱਚ ਗਏ ਹੋਣ, ਜਾਂ ਕਿਸੇ ਵੀ ਸੈਕਟਰ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਮੱਲਾਂ ਮਾਰੀਆਂ ਹੋਣ, ਤੁਹਾਡੇ ਧਿਆਨ ਦੇ ਵਿੱਚ ਹੋਵੇ, ਤੁਹਾਡੇ ਸਾਬਕਾ ਵਿਦਿਆਰਥੀ ਹੋਣ। ਹਾਂਜੀ, ਸਭ ਤੋਂ ਜ਼ਿਆਦਾ ਤੇ ਸਾਡੇ ਬੱਚਿਆਂ ਨੇ MBBS ਦੀ ਡਿਗਰੀ ਆਲਮੋਸਟ ਕਾਫੀ ਬੱਚਿਆਂ ਨੇ ਲਿੱਤੀ ਹੋਈ ਹੈ। ਅੱਜ ਕੱਲ ਤਹਿਸੀਲਦਾਰ, DSP, ਇਹੋ ਜਿਹੇ ਬੱਚੇ ਜਿਹੜੇ ਅੱਛੀਆਂ ਪੋਸਟਾਂ ਤੇ ਚੱਲ ਰਹੇ ਹੈ। ਬਹੁਤ ਖੁਸ਼ੀ ਦੀ ਗੱਲ ਹੈ। ਔਰ ਕਾਫੀ ਬੱਚੇ ਫੋਰਨ ਚ ਵੀ ਜਾ ਕੇ ਸੈਟਲ ਹੋਏ ਹੈ ਤੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੈ ਬੱਚਿਆਂ ਦਾ। ਤੇ ਇਸ ਕਰਕੇ ਸਾਡੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਔਖ ਨਹੀਂ ਆਉਂਦੀ ਅਗਰ ਉਹ ਜਾ ਕੇ ਕੰਪੀਟੀਟਿਵ ਐਗਜ਼ਾਮੀਨੇਸ਼ਨ ਦਿੰਦੇ ਹੈ, ਕਿਉਂਕਿ ਅਸੀਂ ਉਹਨਾਂ ਨੂੰ ਤਿਆਰ ਹੀ ਇਸ ਤਰ੍ਹਾਂ ਕੀਤਾ ਜਾਂਦਾ ਹੈ। ਤਾਂ ਸਾਡੀ ਜਿਹੜੀ ਐਕਸ ਸਟੂਡੈਂਟਸ ਹੈ ਉਹਨਾਂ ਦੀ ਵੀ ਜਿਹੜੀ ਹੈ ਪਰਫਾਰਮੈਂਸ ਹੈ ਬਹੁਤ ਹੀ ਅੱਛੀ ਹੈ। ਥੈਂਕ ਯੂ ਮੈਡਮ ਗੱਲ ਕਰਨ ਦੇ ਲਈ। ਬੜੀ ਖੂਬਸੂਰਤ ਗੱਲ ਹੈ ਕਿ ਕਿੰਨੇ ਸਾਰੇ ਵਿਦਿਆਰਥੀ ਇੱਥੋਂ MBBS ਕਰ ਰਹੇ ਨੇ, ਪਰਸਿਊ ਕਰ ਰਹੇ ਨੇ। ਕਿੰਨੇ ਬੱਚੇ ਜਿਹੜੇ PCS ਸਰਵਿਸਿਜ਼ ਦੇ ਵਿੱਚ ਕੰਪੀਟ ਕਰਕੇ PCS ਸਰਵਿਸ ਦੇ ਵਿੱਚ ਜੁਆਇਨ ਕਰ ਚੁੱਕੇ ਨੇ, ਔਰ ਕਿੰਨੇ PPS ਕਰ ਚੁੱਕੇ ਨੇ, ਪੰਜਾਬ ਪੁਲਿਸ ਸਰਵਿਸ ਦੇ ਵਿੱਚ DSP ਦੇ ਅਹੁਦਿਆਂ ਤੱਕ ਚਲੇ ਗਏ ਨੇ। ਔਰ ਬੜੀ ਖੂਬਸੂਰਤ ਗੱਲ ਹੈ, ਔਰ ਇਹ ਖੂਬਸੂਰਤੀ ਨੂੰ ਇਸੇ ਤਰੀਕੇ ਨਾਲ ਬਰਕਰਾਰ ਰਹਿਣਾ ਚਾਹੀਦਾ ਹੈ, ਕਿਉਂਕਿ ਜੇਕਰ ਅਕਾਲ ਅਕੈਡਮੀਜ਼ ਆਪਣੀ ਪੂਰੀ ਤਨਦੇਹੀ ਨਾਲ ਇਲਾਕਿਆਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਹੁਣ ਇਹ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਇੱਕ ਲਾਈਟ ਹਾਊਸ ਆਇਆ, ਚਾਨਣ ਮੁਨਾਰਾ ਆਇਆ, ਤਾਂ ਉਸ ਦੀਆਂ ਜਿੰਨੀਆਂ ਵੱਧ ਤੋਂ ਵੱਧ ਕਿਰਨਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਲੈ ਸਕਦੇ ਹੋ, ਉਹਨਾਂ ਕਿਰਨਾਂ ਦੇ ਨਾਲ ਆਪਣੇ ਜਿਹੜੇ ਆਪਣੇ ਘਰ ਨੇ ਉਹਨਾਂ ਨੂੰ ਰੋਸ਼ਨਾ ਸਕਦੇ ਹੋ। ਤਾਂ ਹੁਣ ਸਾਡਾ ਵੀ ਫਰਜ਼ ਬਣਦਾ ਕਿ ਉਸ ਲਾਈਟ ਹਾਊਸ ਤੋਂ ਅਸੀਂ ਵੱਧ ਤੋਂ ਵੱਧ ਚਾਨਣਾ ਲੈ ਸਕੀਏ, ਉਸ ਤੋਂ ਵੱਧ ਸੇਧ ਲੈ ਸਕੀਏ। ਇਸ ਸਫ਼ਰ ਨੂੰ ਜਾਰੀ ਰੱਖਾਂਗੇ, ਕਿਉਂਕਿ ਇਹ ਗੱਲ ਸਿਰਫ ਇੱਕ ਅਕਾਲ ਅਕੈਡਮੀ ਦੀ ਨਹੀਂ ਹੈ, ਗੱਲ ਉਸ ਸੁਪਨੇ ਦੀ ਹੈ ਜਿਹੜਾ ਇਸ ਵਕਤ 2 ਯੂਨੀਵਰਸਿਟੀਆਂ ਤੇ 129 ਅਕਾਲ ਅਕੈਡਮੀਆਂ ਦੇ ਨਾਲ ਹੈ। ਪਰ ਸੁਪਨਾ ਲਿਆ ਗਿਆ 500 ਅਕਾਲ ਅਕੈਡਮੀਆਂ ਬਣਾਉਣ ਦਾ, ਉਹਨਾਂ ਨੂੰ ਅਤ ਆਧੁਨਿਕ ਬਣਾਉਣ ਦਾ। ਇਸ ਸੁਪਨੇ ਨੂੰ ਲਗਾਤਾਰ ਜਾਰੀ ਰੱਖਾਂਗੇ। ਫਿਲਹਾਲ ਵਕਤ ਇੱਕ ਛੋਟੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਸਵਾਗਤ ਹੈ। ਅਸੀਂ ਬੈਠੇ ਹਾਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਸਥਾਨ ਅਤੇ ਅਕਾਲ ਅਕੈਡਮੀ ਚੀਮਾ ਸਾਹਿਬ ਦੇ ਵਿੱਚ। ਤੁਹਾਨੂੰ ਪਤਾ ਹੈ ਕਿ ਇਹ ਸਾਰਾ ਕੁਝ ਚਲਾਉਣਾ ਸੌਖਾ ਨਹੀਂ ਹੁੰਦਾ। ਇੱਕ ਟਰਸਟ ਆਪਣੇ ਵੱਲੋਂ ਕਿੰਨਾ ਕੁਝ ਕਰ ਸਕਦਾ ਹੈ, ਇਹ ਸੋਚਣਾ ਤੇ ਸਮਝਣਾ ਬਹੁਤ ਔਖਾ ਹੈ। ਬੜੇ ਕਾਰਜ ਉਲੀਕੇ ਹੁੰਦੇ ਨੇ। ਸਿਰਫ ਇਹ ਨਹੀਂ ਹੈ ਕਿ ਵਿਦਿਆਰਥੀਆਂ ਨੂੰ ਲਿਆਂਦਾ, ਸਕੂਲ ਦੇ ਵਿੱਚ ਐਡਮਿਟ ਕੀਤਾ, ਅਧਿਆਪਕਾਂ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਤੇ ਭੇਜ ਦਿੱਤਾ। ਨਹੀਂ, ਉਹਨਾਂ ਦੇ ਲਈ ਬਹੁਤ ਸਾਰੀਆਂ ਸਹੂਲਤਾਂ ਦੀ ਜ਼ਰੂਰਤ ਹੁੰਦੀ ਹੈ। ਸਭ ਤੋਂ ਪਹਿਲੀ ਗੱਲ ਤਾਂ ਇੱਕ ਬਿਲਡਿੰਗ ਦਾ ਖੜਾ ਹੋਣਾ, ਇੱਕ ਸਟਰਕਚਰ ਦਾ ਖੜਾ ਹੋਣਾ ਸਭ ਤੋਂ ਔਖਾ ਕੰਮ ਹੈ। ਸਟਰਕਚਰ ਖੜਾ ਹੋਣ ਤੋਂ ਪਹਿਲਾਂ ਲੈਂਡ ਦਾ ਹੋਣਾ, ਘੱਟੋ ਘੱਟ 10 ਏਕੜ ਜਗ੍ਹਾ ਚਾਹੀਦੀ ਹੁੰਦੀ ਹੈ ਜੇਕਰ ਇੱਕ ਅਕੈਡਮੀ ਦੀ ਸਥਾਪਨਾ ਕਰਨੀ ਹੈ। ਉਸ ਤੋਂ ਬਾਅਦ ਬਿਲਡਿੰਗ ਦਾ ਜਿਹੜਾ ਇਨਫਰਾਸਟਰਕਚਰ ਆ ਉਹ ਖੜਾ ਹੋਣਾ, ਕਲਾਸਰੂਮਾਂ ਦਾ ਬਣਨਾ, ਐਫੀਲੀਏਸ਼ਨਸ ਹੋਣੀ, ਯੋਗ ਤੇ ਉੱਚ ਸਿੱਖਿਆ ਪ੍ਰਾਪਤ ਅਧਿਆਪਕਾਂ ਦਾ ਭਰਤੀ ਹੋਣਾ, ਬਾਕੀ ਜਿਹੜਾ ਹੈਲਪਿੰਗ ਵਰਕ ਸਟਾਫ ਹੈ ਉਹਨਾਂ ਦਾ ਹੋਣਾ, ਟਰਾਂਸਪੋਰਟ ਦਾ ਪ੍ਰਬੰਧ ਕਰਨਾ। ਇਹ ਸਾਰਾ ਕੁਝ ਬੜਾ ਸੌਖਾ ਜਿਹਾ ਦੇਖਣ ਨੂੰ ਲੱਗਦਾ, ਪਰ ਹੈ ਅਸਲ ਦੇ ਵਿੱਚ ਬਹੁਤ ਗੁੰਝਲਦਾਰ ਸਿਸਟਮ। ਔਰ ਇਹ ਸਾਰੇ ਸਿਸਟਮ ਨੂੰ ਚਲਾਉਣ ਦੇ ਲਈ ਸਾਨੂੰ ਜ਼ਰੂਰਤ ਪੈਂਦੀ ਹੈ ਪੈਸੇ ਦੀ, ਜਿਹੜੀ ਸਭ ਤੋਂ ਮੁੱਢਲੀ ਜ਼ਰੂਰਤ ਹੈ। ਇੱਕ ਟਰਸਟ ਆਪਣੇ ਵੱਲੋਂ ਇੰਨਾ ਕੁਝ ਨਹੀਂ ਕਰ ਸਕਦਾ, ਕਿਉਂਕਿ ਟਰਸਟ ਦਾ ਮੁੱਖ ਜਿਹੜਾ ਆਧਾਰ ਹੈ ਉਹ ਆਧਾਰ ਸਿੱਖਿਆ ਦਾ ਵੱਧ ਤੋਂ ਵੱਧ ਫੈਲਾਅ ਕਰਨਾ ਹੈ। ਉਹ ਵੀ ਮਹਿੰਗੀ ਸਿੱਖਿਆ ਨਹੀਂ, ਉਹ ਸਿੱਖਿਆ ਜਿਹੜੀ ਘੱਟ ਪੈਸਿਆਂ ਦੇ ਵਿੱਚ ਇੱਕ ਆਮ ਗਰੀਬ ਮਜ਼ਦੂਰ ਪਰਿਵਾਰ ਦਾ ਵਿਦਿਆਰਥੀ, ਉਹਨਾਂ ਕਿਸਾਨਾਂ ਦੇ ਵਿਦਿਆਰਥੀ ਜਿਹੜੇ ਕਿਸਾਨ ਆਰਥਿਕ ਤੰਗੀ ਕਰਕੇ ਖੁਦਕੁਸ਼ੀਆਂ ਕਰ ਚੁੱਕੇ, ਉਹ ਮਜ਼ਦੂਰ ਜਿਹੜੇ ਆਰਥਿਕ ਤੰਗੀਆਂ ਕਰਕੇ ਖੁਦਕੁਸ਼ੀਆਂ ਕਰ ਚੁੱਕੇ, ਉਹ ਜਿਨ੍ਹਾਂ ਦੇ ਘਰ ਦੇ ਵਿੱਚ 2-2 3-3 ਬੇਟੀਆਂ ਨੇ ਪਰ ਪੜ੍ਹਾ ਨਹੀਂ ਸਕਦੇ, ਉਹਨਾਂ ਦੇ ਪਰਿਵਾਰਾਂ ਨੂੰ ਏਡਡ ਤੌਰ ਦੇ ਉੱਤੇ ਪੜ੍ਹਾਉਣਾ, ਉਹਨਾਂ ਦੇ ਬੱਚਿਆਂ ਨੂੰ ਘੱਟ ਤੋਂ ਘੱਟ ਫੀਸ ਦੇ ਵਿੱਚ, ਨੋਮੀਨਲ ਚਾਰजेस ਦੇ ਵਿੱਚ ਆਪਣੀ ਅਕੈਡਮੀ ਦੇ ਵਿੱਚ ਲਿਆ ਕੇ ਉਹਨਾਂ ਨੂੰ ਐਜੂਕੇਟ ਕਰਨਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਨੌਕਰੀ ਵੀ ਦੇਣੀ। ਇਹ ਕੰਮ ਬਹੁਤ ਮੁਸ਼ਕਲ ਨੇ। ਇਹਨਾਂ ਮੁਸ਼ਕਲ ਕੰਮਾਂ ਦੇ ਲਈ ਸਾਨੂੰ ਹਮੇਸ਼ਾ ਲੋੜ ਪੈਂਦੀ ਹੈ ਸਹਿਯੋਗ ਦੀ। ਸਹਿਯੋਗ ਦਾਨੀ ਸੱਜਣਾ ਨੇ ਕਰਨਾ ਹੁੰਦਾ। ਤੁਹਾਨੂੰ ਪਤਾ ਹੈ ਕਿ ਕਾਰਜ ਉਲੀਕਿਆ ਹੋਇਆ, ਔਰ ਮੈਨੂੰ ਯਾਦ ਆਉਂਦਾ ਕਿ
ਬਾਬਾ ਇਕਬਾਲ ਸਿੰਘ ਜੀ ਦਾ ਕਥਨ ਕਿ ਮੈਂ ਇਹਨਾਂ ਅਕੈਡਮੀਜ਼ ਨੂੰ ਚਲਾਉਣ ਦੇ ਲਈ, ਇਹਨਾਂ ਬੱਚਿਆਂ ਨੂੰ ਪੜ੍ਹਾਉਣ ਦੇ ਲਈ, ਪੰਜਾਬ ਨੂੰ ਬਚਾਉਣ ਦੇ ਲਈ, ਪੰਜਾਬ ਨੂੰ ਸਿੱਖਿਅਤ ਕਰਨ ਦੇ ਲਈ ਦੁਨੀਆ ਦਾ ਸਭ ਤੋਂ ਵੱਡਾ ਮੰਗਤਾ ਬਣਨ ਨੂੰ ਤਿਆਰ ਹਾਂ। ਕਿੱਡੀ ਵੱਡੀ ਗੱਲ। ਮੈਂ ਭੁੱਲ ਗਿਆ ਕਹਿਣਾ ਕਿ ਹੁਣ ਬਾਬਾ ਜੀ ਬੇਸ਼ੱਕ ਸਾਡੇ ਵਿਚਕਾਰ ਨਹੀਂ ਰਹੇ, ਐਲਾਨ ਉਹਨਾਂ ਦੇ ਹੁੰਦਿਆਂ ਹੋ ਗਿਆ ਸੀ। ਪਦਮ ਸ਼੍ਰੀ ਉਹਨਾਂ ਦੇ ਤੁਰ ਜਾਣ ਤੋਂ ਪਿੱਛੋਂ ਮਿਲਿਆ। ਪਦਮ ਸ਼੍ਰੀ ਬਾਬਾ ਇਕਬਾਲ ਸਿੰਘ ਜੀ ਹੋਰਾਂ ਦਾ ਜਿਹੜਾ ਸੁਪਨਾ ਸੀ, ਇਸ ਸੁਪਨੇ ਨੂੰ ਸਾਡੇ ਮੁਕਤਾ ਭੈਣ ਜੀ ਬਿਆਨ ਕਰਨਗੇ, ਕਿਉਂਕਿ ਅਮਰੀਕਾ ਦੇ ਵਿੱਚ ਇਹ ਵੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ। ਇਹਨਾਂ ਕੋਸ਼ਿਸ਼ਾਂ ਦੇ ਸਦਕਾ ਹੀ ਹਰਭਜਨ ਸਰ ਤੇ ਮਸਤਾਨ ਜੀ ਤੇ ਉਹਨਾਂ ਦੇ ਪਰਿਵਾਰ ਦੇਖਣ ਦੇ ਲਈ ਆਏ ਨੇ ਕਿ ਇਹਨਾਂ ਦੁਆਰਾ ਦਿੱਤੇ ਜਾਂਦੇ ਜਿਹੜੇ ਦਸਵੰਧ ਦੇ ਹਿੱਸੇ ਨੇ ਕੀ ਉਹ ਸਹੀ ਲੱਗ ਰਹੇ ਨੇ ਜਾਂ ਨਹੀਂ ਲੱਗ ਰਹੇ, ਕਿਤੇ ਐਵੇਂ ਬੋਰੀਆਂ ਭਰ ਕੇ ਕੋਈ ਆਪਣੀਆਂ ਬੈਂਕਾਂ ਦੇ ਵਿੱਚ ਤਾਂ ਨਹੀਂ ਸਾਂਭ ਰਿਹਾ। ਇਹ ਸਪਸ਼ਟ ਤੌਰ ਦੇ ਉੱਤੇ ਮੈਂ ਕਹਿ ਰਿਹਾ। ਸੋ ਮੁਕਤਾ ਭੈਣ ਜੀ ਕੋਲੇ ਚੱਲਦੇ ਹਾਂ ਕਿ ਉਹਨਾਂ ਨੂੰ ਕਿਵੇਂ ਮਹਿਸੂਸ ਹੋਇਆ, ਕਿਵੇਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਏਗਾ। ਤੁਸੀਂ ਕਿਉਂਕਿ ਉੱਥੋਂ ਬੈਠ ਕੇ ਵੀ ਦੇਖਦੇ ਹੋ ਟੀਵੀ ਦੇ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ, ਹੁਣ ਪ੍ਰਤੱਖ ਨੂੰ ਪ੍ਰਮਾਣ ਤੁਸੀਂ ਆਪ ਦੇਖ ਰਹੇ ਹੋ। ਤੁਹਾਡਾ ਪਹਿਲੀ ਨਜ਼ਰੇ ਕੀ ਲੱਗ ਰਿਹਾ ਕਿ ਉੱਥੋਂ ਬੈਠ ਕੇ ਦੇਖਣਾ ਤੇ ਇੱਥੇ ਆ ਕੇ ਦੇਖਣਾ ਪ੍ਰੈਕਟੀਕਲੀ ਤੁਹਾਨੂੰ ਕਿਵੇਂ ਲੱਗ ਰਹੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬੜਾ ਕੁਐਸਚਨ ਸੋਹਣਾ ਕੀਤਾ ਵੀਰ ਜੀ। ਉੱਥੋਂ ਬੈਠ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੈਗੀਆਂ ਨੇ। ਇਵਨ ਕਿ ਅਸੀਂ ਵੀ ਕਈ ਵਾਰੀ ਕਿੰਤੂ ਪਰੰਤੂ ਕਰ ਦਿੰਦੇ ਆ, ਕਿ ਕੰਪਲੇਨ ਕਰ ਦਿੰਦੇ ਆ ਕਿ ਇਹ ਸਾਡੀ ਇੱਥੇ ਕਮੀ ਹੈਗੀ ਹੈ, ਸਾਡੀ ਇੱਥੇ ਕਮੀ ਹੈਗੀ ਹੈ। ਪਰ ਜਦੋਂ ਇੱਥੇ ਆ ਕੇ ਜਿਸ ਲੈਵਲ ਦੇ ਉੱਤੇ ਸੰਸਥਾ ਕੰਮ ਕਰ ਰਹੀ ਹੈ, ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਹੋ ਰਿਹਾ। ਬਿਲਕੁਲ ਇੰਨਾ ਛੋਟਾ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਤੇ ਮਤਲਬ ਕਿ ਮੈਂ 2 ਦਿਨ ਦੀ ਸਪੀਚਲੈਸ ਹਾਂ ਕਿ ਅਸੀਂ ਬੜੇ ਨਾ ਇੰਟੈਲੈਕਚੁਅਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ। ਕਹਿੰਦੇ ਪੜਿਆ ਮੂਰਖ ਆਖੀਏ ਜਿੱਤੇ ਲੱਭ ਲੋਭ ਹੰਕਾਰ। ਤੇ ਇੱਕ ਅਸੀਂ ਬਾਹਰ ਬੈਠੇ ਹੁੰਦੇ ਆ ਨਾ, ਜ਼ਿਆਦਾ ਆਪਣੇ ਨੂੰ ਵੱਡਾ ਜਿਹਾ ਵੀ ਸਮਝਦੇ ਆ। ਮੇਬੀ ਅਸੀਂ ਅਮਰੀਕਨ ਹੈਗੇ ਆ, ਅਸੀਂ ਹਮੇ ਹੁੰਦੀ ਹੈ, ਰਾਈਟ। ਤੇ ਇੰਡੀਆ ਵਿੱਚ ਤੇ ਇਹ ਕਮੀ ਹੈਗੀ ਏ, ਇੰਡੀਆ ਵਿੱਚ ਤੇ ਇਹ ਕਮੀ ਹੈ, ਸਕੂਲਾਂ ਵਿੱਚ ਆਪਣੇ ਉਹ। ਪਰ ਜਦੋਂ ਇੱਥੇ ਆ ਕੇ ਦੇਖਦੇ ਆ ਤੇ ਸ਼ੁਕਰ ਕਰਦੇ ਆ ਕਿ ਸਾਨੂੰ ਬਾਬਾ ਜੀ ਨੇ ਸੇਵਾ ਬਖਸ਼ੀ ਹੋਈ ਹੈ, ਸਾਨੂੰ ਰੁਲਦਿਆਂ ਖੁੱਲਦਿਆਂ ਨੂੰ, ਕਿ ਅਸੀਂ ਇਹਨਾਂ ਨੂੰ ਕੋਈ ਐਡਵਾਈਜ਼ਸ ਨਹੀਂ ਦੇ ਸਕਦੇ, ਕੋਈ ਸੁਝਾਅ ਨਹੀਂ ਦੇ ਸਕਦੇ, ਕਿਉਂਕਿ ਜਿਸ ਲੈਵਲ ਦੇ ਉੱਤੇ ਇੱਥੋਂ ਦੇ ਇੰਡੀਅਨ ਸਿਸਟਮ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਨੇ, ਤੇ ਇਟ ਇਜ਼ ਵੈਰੀ ਹਾਰਡ। ਜਿਹੜੀ ਕੱਲ ਆਪਣੀ ਕਾਕਾ ਵੀਰ ਜੀ ਨਾਲ ਮੀਟਿੰਗ ਹੋਈ, ਜਦੋਂ ਮੈਂ ਉਹ ਇੱਕ ਚਾਰਟ ਹੀ ਦੇਖ ਰਹੀ ਸੀ, ਇੱਕ ਦੇਰ ਵਾਸਤੇ ਤੇ ਮੈਂ ਇੱਕਦਮ ਸੁੰਨ ਹੋ ਗਈ ਕਿ ਕਿਹਦੇ ਵਾਸਤੇ ਬਾਬਾ ਜੀ ਇੰਨਾ ਕੁਝ ਕਰਕੇ ਗਏ, ਰਾਈਟ। ਕਿ ਉਹਨਾਂ ਨੇ ਆਪਣੀ ਪੂਰੀ ਜਵਾਨੀ, ਪੂਰਾ ਬੁਢਾਪਾ ਉਹਨਾਂ ਨੇ ਆਪਣੇ ਪੰਜਾਬ ਦੇ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਕੰਮ ਕਰ ਗਏ। ਸਭ ਤੋਂ ਜ਼ਿਆਦਾ ਕਿ ਜਿਵੇਂ ਕਿ ਮਾਲਵੇ ਦਾ ਇਲਾਕਾ ਜਿਹੜਾ ਵੇ, ਪਿਛੜੇ ਪਿੰਡਾਂ ਦੇ ਵਿੱਚ, ਕਿ ਜਦੋਂ ਅਕੈਡਮੀ ਤੇ ਪਹੁੰਚਣਾ ਕਿੰਨੇ ਕਿਲੋਮੀਟਰ ਤਾਂ ਰਸਤੇ 'ਚ ਕੁਝ ਆਉਂਦਾ ਹੀ ਨਹੀਂ ਵੀਰ ਜੀ, ਬਿਲਕੁਲ ਟਰਾਂਸਪੋਰਟੇਸ਼ਨ ਹੀ ਨਹੀਂ ਹੈਗੀ। ਤੇ ਮੈਂ ਇਹ ਦੇਖ ਰਹੀ ਸੀਗੀ ਕਿ ਜਿੰਨਾ ਵੀ ਸਭ ਨੂੰ ਮਿਲੀ ਆ ਕਿ ਇੱਕ ਬੱਚਿਆਂ ਨੂੰ ਨਹੀਂ ਪੜ੍ਹਾ ਰਹੇ ਵੀਰ ਜੀ, ਕਈ ਘਰਾਂ ਦੇ ਚੁੱਲ੍ਹੇ ਬਲ ਰਹੇ ਨੇ ਇਹਨਾਂ ਅਕਾਲ ਅਕੈਡਮੀਜ਼ ਦੇ ਖੁੱਲ੍ਹਣ ਨਾਲ। ਬਹੁਤ ਇੰਪੋਰਟੈਂਟ ਜਿਹੜਾ ਇਕਨੋਮਿਕਲੀ ਪੰਜਾਬ ਇਹਦੇ ਨਾਲ ਸਟਰੋਂਗ ਹੋਇਆ, ਭਾਵੇਂ ਗਵਰਨਮੈਂਟ ਇਹਨੂੰ ਰਿਅਲਾਈਜ਼ ਕਰੇ ਨਾ ਕਰੇ, ਆਪਾਂ ਕਰੀਏ ਨਾ ਕਰੀਏ। ਕਿਉਂਕਿ ਮੈਂ ਦੇਖ ਰਹੀ ਸੀ ਕਿ ਇੰਨੀਆਂ ਜੌਬਸ ਜਿਹੜੀਆਂ ਜੌਬ ਅਪਰਚੁਨਿਟੀਜ਼ ਜਿਹੜੀਆਂ ਰੇਜ਼ ਹੋਈਆਂ ਨੇ, ਕਿ ਪ੍ਰਿੰਸੀਪਲਸ, ਟੀਚਰਸ, ਪਿਓਨ, ਡਰਾਈਵਰਸ, ਗੇਟਕੀਪਰਸ, ਕਲੀਨਿੰਗ ਵਾਲੇ, ਹੈ ਨਾ। ਤੇ ਮਤਲਬ ਕਿ ਸੋਚੋ ਕਿ ਕਿਸ ਵੱਡੇ ਲੈਵਲ ਦੇ ਉੱਤੇ ਕਿੰਨੇ ਘਰਾਂ ਦੇ ਚੁੱਲ੍ਹੇ ਬਲ ਰਹੇ ਨੇ, ਕੰਮ ਮਿਲਿਆ ਜੇ ਪ੍ਰਿੰਸੀਪਲਸ ਨੇ, ਜੇ ਟੀਚਰਸ ਨੇ, ਅੱਗੋਂ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ। ਤੇ ਸੋ ਮੈਂ ਤੇ ਦੇਖ ਕੇ ਹੈਰਾਨ ਕਿ ਜਿਸ ਤਰ੍ਹਾਂ ਦਾ ਕੁਆਲਿਟੀ ਦਾ ਕੰਮ, ਇੱਕ ਹੁੰਦਾ ਕਿ ਚਲੋ 129 ਸਕੂਲ ਕੁਆਂਟੀਟੀ, ਹੈ ਨਾ, ਬਟ ਮੈਂ ਦੇਖਿਆ ਕਿ ਬਾਬਾ ਜੀ ਨੇ ਇੰਨਾ ਆਲਵੇਜ਼ ਕੁਆਲਿਟੀ ਵਰਕ ਨੂੰ ਜਿਹੜਾ ਉਹਦੇ ਉੱਤੇ ਫੋਕਸ ਕੀਤਾ, ਹੈ ਨਾ। ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮੈਨੂੰ ਨਹੀਂ ਪਤਾ ਸੀਗਾ ਕਿ CBSE ਬੋਰਡ ਦੀ ਐਫੀਲੀਏਸ਼ਨਸ ਇੰਨੀਆਂ ਐਕਸਪੈਂਸਿਵ ਹੁੰਦੀਆਂ। ਜਦੋਂ ਕੱਲ ਪਤਾ ਚੱਲਿਆ ਕਿ ਇੱਕ ਅਕੈਡਮੀ ਬਣਾਉਣੀ ਹੈ, ਪਹਿਲੇ ਅਗਰ ਕਿਸੇ ਨੇ ਅਕੈਡਮੀ ਦਿੱਤੀ, ਸਭ ਤੋਂ ਪਹਿਲਾਂ ਕਿ ਚੇਂਜ ਲੈਂਡ ਆਫ ਯੂਸੇਜ ਜਿਹੜਾ ਉਹਦਾ ਖਰਚਾ ਹੀ ਪਰ ਅਕੈਡਮੀ 15 ਤੋਂ 27 ਲੱਖ ਡਿਪੈਂਡ ਕਰਦਾ ਹੈ ਕਿ ਲੈਂਡ ਕਿੰਨੀ ਵੱਡੀ ਹੈ, ਰਾਈਟ। ਉੱਥੋਂ ਸ਼ੁਰੂਆਤ ਹੈ ਉਹਦਾ ਉਹ ਕਰਵਾਉਣ ਦਾ, ਪੇਪਰ ਵਰਕ ਕਰਾਉਣ ਦਾ, ਉੱਥੋਂ ਦੀ ਸ਼ੁਰੂਆਤ ਹੋਈ, ਰਾਈਟ। ਉਸ ਤੋਂ ਬਾਅਦ ਆਪਣੀ ਅਕੈਡਮੀ ਕੰਸਟਰਕਸ਼ਨ ਸ਼ੁਰੂ ਹੋਈ, ਰਾਈਟ। ਉਸ ਤੋਂ ਬਾਅਦ ਉਹਦੀਆਂ ਐਫੀਲੀਏਸ਼ਨਸ ਲੈਣੀਆਂ ਕਿ ਅਗਰ ਇੱਕ ਅਕੈਡਮੀ ਦੇ ਉੱਤੇ 5 ਕਰੋੜ ਦਾ ਖਰਚਾ ਹੋ ਰਿਹਾ ਹੈ, ਉਹਦੀਆਂ ਜਸਟ ਟੂ ਗੈਟ ਦ ਐਫੀਲੀਏਸ਼ਨਸ ਆਫ CBSE ਬੋਰਡ, ਸੋ ਵੀ ਹੈਵ ਟੂ ਪੇ ਟੂ them
ਅਰਾਊਂਡ ਲਾਈਕ ਆਲਮੋਸਟ ਉਨਾ ਹੀ 5 ਕਰੋੜ ਜੇ ਖਰਚਾ ਅਕੈਡਮੀ ਦੀ ਕੰਸਟਰਕਸ਼ਨ ਤੇ, ਕਿਉਂਕਿ ਉਹਨਾਂ ਨੇ 6-6 ਮਹੀਨੇ ਦੀਆਂ ਆਪਣੀਆਂ ਟੀਚਰਸ ਦੀਆਂ ਜਿੰਨਾ ਵੀ ਸਟਾਫ ਆਪਾਂ ਹਾਇਰ ਕਰ ਰਹੇ ਹਾਂ, ਇਹ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਉਹ ਡਿਪੋਜ਼ਿਟ ਰੱਖਦੇ ਨੇ ਐਮਰਜੈਂਸੀ ਫੰਡ ਜਿਹਨੂੰ ਕਹਿੰਦੇ ਨੇ, ਜਿਹੜਾ ਕਿ ਰਿਫੰਡੇਬਲ ਨਹੀਂ ਹੈਗਾ, ਸੋ ਸਰਕਾਰ ਕੋਲੇ ਉਹ ਸਰਕਾਰ ਕੋਲ ਰਹਿੰਦਾ ਹੈ ਨਾ। ਤੇ ਉਹੀ ਹੋ ਗਿਆ ਕਿ ਜੇ ਆਪਾਂ ਬਾਹਰ ਬੈਠੇ ਹੁੰਦੇ ਆ, ਮੈਕਡੋਨਲਡ ਦੀ ਫਰੈਂਚਾਈਜ਼ ਲੈਣੀ ਹੈ $3.5 ਲੱਖ ਤੁਸੀਂ ਲਿਆ, ਕੋਈ ਵੀ ਸਬਵੇ ਫਰੈਂਚਾਈਜ਼ ਲੈਣੀ ਹੈ, ਸੋ ਸੇਮ ਥਿੰਗ ਕਿ ਬਟ ਬਾਬਾ ਜੀ ਕਰਨ ਨੂੰ ਜਿਹੜੀ ਪੰਜਾਬ ਬੋਰਡ ਹੈ ਉਹ ਫ੍ਰੀ ਹੈ, ਉਹਦੀ ਐਫੀਲੀਏਸ਼ਨ ਫੀਸ ਕੋਈ ਨਹੀਂ ਹੈਗੀ, ਬਟ ਬਾਬਾ ਜੀ ਨੇ ਫਿਰ ਉਹੀਓ ਅਗੇਨ ਮੈਂ ਉਹੀ ਗੱਲ ਕਹਾਂਗੀ ਕਿ ਕੁਆਲਿਟੀ ਵਰਕ, ਕਿ ਕੋਈ ਮੈਂ ਤੇ ਇਹ ਕਹਾਂਗੀ ਕਿ ਇੱਕ ਮਾਪੇ ਹੁੰਦੇ ਨੇ ਉਹ ਆਪਣੇ ਬੱਚੇ ਦੇ ਵਾਸਤੇ ਤੇ ਕਰਦੇ ਨੇ, ਭਾਵੇਂ ਉਹਨਾਂ ਨੂੰ ਮੰਗਣਾ ਪੈ ਜੇ, ਭਾਵੇਂ ਉਹਨਾਂ ਨੂੰ ਕਰਨਾ ਪੈ ਜੇ, ਇੰਨੀ ਕੁਆਲਿਟੀ ਦੀ ਲਾਈਕ ਐਜੂਕੇਸ਼ਨ ਸਪੈਸ਼ਲੀ ਇਹੋ ਜਿਹੀ ਇਕਨੋਮੀ ਜਿਵੇਂ ਪੰਜਾਬ ਦੇ ਪਿੰਡਾਂ ਦੀ ਹੈਗੀ ਹੈ, ਫਾਈਨੈਂਸ਼ੀਅਲ ਚੈਲੰਜਸ ਨੇ, ਬਹੁਤ ਔਖਾ ਹੈ। ਤੇ ਬਾਬਾ ਜੀ ਕੋਲ ਵੀ ਕੋਈ ਬੈਂਕ ਨਹੀਂ ਹੈਗੇ ਹਨਾ, ਉਹਨਾਂ ਨੇ ਕਿਸ ਤਰ੍ਹਾਂ ਸੰਗਤ ਦੇ ਕੋਲ ਜਾ ਕੇ ਝੋਲੀਆਂ ਅੱਡ ਕੇ ਹਨਾ, ਤੇ ਕਿੱਥੇ ਬਾਬਾ ਜੀ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਯੂਨੀਵਰਸਿਟੀ ਬਣ ਰਹੀ ਸੀ ਤੇ ਬਾਬਾ ਜੀ ਨੇ ਇੱਕ ਸੈਮੀਨਾਰ ਤੇ ਕਿਹਾ ਸੀਗਾ ਕਿ ਮੈਂ ਨਾਮ ਨਹੀਂ ਲਾਂਗੀ ਜਿਹੜੇ ਵੀ ਡੋਨਰ ਸੀਗੇ ਹਨਾ, ਤੇ ਉਹਨਾਂ ਨੂੰ ਕਹਿੰਦੇ ਕਿ ਮੈਂ ਤੁਹਾਡੇ ਜੋੜੇ ਝਾੜ ਦਾਂਗਾ, ਮੈਂ ਤੁਹਾਡੇ ਘਰ ਨੌਕਰ ਬਣ ਜਾਵਾਂਗਾ, ਤੁਸੀਂ ਮੇਰੀ ਗੁਰੂ ਕਾਸ਼ੀ ਬਣਵਾ ਦਿਓ ਹਨਾ। ਤੇ ਮਤਲਬ ਕਿ ਬਾਬਾ ਜੀ ਨੇ ਜਾ ਕੇ ਆਨਾ ਦੁਆਨਾ ਡਾਲਰ ਇਕੱਠਾ ਕਰ ਕੇ, ਬਟ ਜਿਹੜਾ ਇੱਕ ਐਜੂਕੇਸ਼ਨ ਦਾ ਰੈਵੋਲੂਸ਼ਨ ਲੈ ਆਏ ਨੇ ਨਾ, ਅੱਜ ਨਹੀਂ ਫੀਲ ਹੋ ਰਿਹਾ, ਕਿਉਂਕਿ ਆਲਵੇਜ਼ ਜਿਹੜੀਆਂ ਯੂਨੀਵਰਸਿਟੀਜ਼ ਹੁੰਦੀਆਂ ਨੇ, ਸਕੂਲ ਹੁੰਦੇ ਨੇ, ਉਹਦੇ ਜਿਹੜੇ ਰਿਜ਼ਲਟ ਦਿਖਦੇ ਨੇ ਨਾ, ਉਹ ਆਲਮੋਸਟ 2 ਡਿਕੇਡਸ ਤੋਂ ਬਾਅਦ ਦਿਖਦੇ ਨੇ ਹਨਾ, ਬਿਲਕੁਲ ਕਿਉਂਕਿ ਜੇ ਕਿੰਡਰਗਾਰਟਨ ਦੇ ਸਟੂਡੈਂਟਸ ਨੇ 12th ਕਰਨਗੇ, ਦੈਨ ਯੂਨੀਵਰਸਿਟੀ ਕਰਨਗੇ, ਫਿਰ ਜਾ ਕੇ ਜਦੋਂ 18-19 ਸਾਲ ਬਾਅਦ ਜਾ ਕੇ ਜੌਬਸ ਤੇ ਆਉਂਦੇ ਨੇ, ਦੈਨ ਰਿਜ਼ਲਟਸ ਨਜ਼ਰ ਆਉਂਦੇ ਨੇ ਕਿ ਜਿਹੜੇ ਬੂਟੇ ਲਾਏ ਉਹਦੇ ਹੁਣ ਅੰਬ ਬਣ ਗਏ, ਹੁਣ ਸੇਬ ਬਣ ਗਏ। ਤੇ ਜਦੋਂ ਆ ਕੇ ਪ੍ਰਿੰਸੀਪਲਸ ਨੂੰ ਮਿਲੇ ਹਨਾ, ਸਕੂਲ ਦੇ ਬੱਚਿਆਂ ਦੀ ਜਦੋਂ ਐਜੂਕੇਸ਼ਨ ਦੀ ਕੁਆਲਿਟੀ, ਉਹਨਾਂ ਨੂੰ ਪੜ੍ਹਾਉਣ ਦਾ ਸਿਸਟਮ, ਮਤਲਬ ਉਹਨਾਂ ਨੂੰ ਸਵੇਰੇ ਨਿਤਨੇਮ ਹੋ ਰਿਹਾ, ਤੇ ਇੰਨੇ ਮਾਸੂਮ ਇੰਨੇ ਪਿਆਰੇ ਬੱਚੇ ਆਪਣੇ ਵਿਰਸੇ ਨਾਲ, ਸਿੱਖੀ ਨਾਲ, ਬਾਣੀ ਦੇ ਨਾਲ, ਬਾਣੇ ਦੇ ਨਾਲ, ਮਤਲਬ ਹਰ ਚੀਜ਼ ਜਿਹੜੀ ਹੈ ਇੱਕ ਬੱਚੇ ਨੂੰ ਨੇਕ ਇਨਸਾਨ ਬਣਾਉਂਦੀ ਹੈ, ਉਹ ਕੋਸ਼ਿਸ਼ ਇੱਥੇ ਜਾਰੀ ਚੱਲ ਰਹੀ ਹੈ ਕਿ ਉਹ ਬੱਚੇ ਸਾਡੇ ਨੇਕ ਬਣ ਕੇ ਸਾਡੀ ਕੌਮ ਦਾ ਨਾਮ ਰੋਸ਼ਨ ਕਰਨ। ਜੀ ਬਿਲਕੁਲ ਹਨਾ। ਹੋਰ ਇਹੋ ਜੀ ਸੋਚ, ਮਤਲਬ ਬਾਬਾ ਜੀ ਤੇ ਆਪਾਂ ਜਿਵੇਂ ਨਾਰਮਲੀ ਆਪਾਂ ਫੋਰਨ ਸੁਣਿਆ ਮਦਰ ਟੈਰੇਸਾ, ਤੇ ਸਾਡੇ ਬਾਬਾ ਜੀ ਤੇ ਪੰਜਾਬ ਦੇ ਫਾਦਰ ਟੈਰੇਸਾ ਮੈਂ ਤੇ ਕਵਾਂਗੀ ਹਨਾ, ਕਿ ਹੋਰ ਮੈਂ ਤੇ ਇਹ ਵੀ ਸੋਚ ਰਹੀ ਸੀ, ਮੈਂ ਕੱਲ ਹਰਭਜਨ ਸਿੰਘ ਜੀ ਹੋਰਾਂ ਨੂੰ, ਹੋਰ ਭੈਣ ਜੀ ਹੋਰਾਂ ਨੂੰ ਵੀ ਕਹਿ ਰਹੀ ਸੀਗੀ ਕਿ ਜੇ ਆਪਣਾ ਇਹ ਆਰਗੇਨਾਈਜੇਸ਼ਨ ਨਾ ਹੁੰਦੀ, ਕਿੰਨੇ ਵੀਰ ਜੀ ਪਿੰਡਾਂ ਚ ਆ ਕੇ ਸਕੂਲ ਖੋਲਨੇ ਸੀਗੇ, ਆਪਾਂ ਕਲਪਨਾ ਕਰਕੇ ਦੇਖੀ, ਕਿਉਂਕਿ ਜੇ ਦੇਖੋ ਕੋਈ ਵੀ ਸਕੂਲ ਖੋਲਦਾ ਹੈ, ਪਹਿਲਾ ਪਰਪਸ ਹੁੰਦਾ ਹੈ ਪੈਸਾ ਬਣੇਗਾ ਕਿ ਨਹੀਂ ਬਣੇਗਾ, ਤੇ ਪਿੰਡਾਂ ਵਿੱਚੋਂ ਤੇ ਕਿੱਥੋਂ ਫੀਸਾਂ ਇਕੱਠੀਆਂ ਹੋਣੀਆਂ, ਤੇ ਪੈਸੇ ਬਣਨੇ, ਆਪਣੇ ਸਕੂਲਾਂ ਨੇ ਕੀ ਆਪਾਂ ਨੂੰ ਆਊਟਪੁੱਟ ਦੇਣਾ, ਕਿਹੜੀ ਕਮਾਈ ਦੇਣੀ ਆਪਾਂ ਨੂੰ ਪਿੰਡਾਂ 'ਚ ਸਕੂਲਾਂ 'ਚ, ਉੱਥੇ ਤੇ ਲਾਗਤ ਹੀ ਲਾਗਤ ਹੈ। ਬਿਲਕੁਲ ਬੱਚਿਆਂ ਨੂੰ ਘਰੋਂ ਲਿਆ ਕੇ ਬਾਬਾ ਜੀ ਪੜ੍ਹਾ ਰਹੇ ਨੇ ਹੈ। ਹੋਰ ਸਭ ਤੋਂ ਵੱਡੀ ਗੱਲ, ਇੱਕ ਵੀ ਖੂਨ ਦਾ ਰਿਸ਼ਤਾ ਨਹੀਂ, ਸਿਰਫ ਕੌਮ ਦਾ ਰਿਸ਼ਤਾ, ਸਿਰਫ ਕੌਮ ਦਾ ਰਿਸ਼ਤਾ, ਕਿਸੇ ਨਾਲ ਵੀ ਕੌਮ ਦਾ ਰਿਸ਼ਤਾ, ਕਿਸੇ ਨਾਲ ਕੋਈ ਰਿਸ਼ਤਾ ਨਹੀਂ ਹਨਾ। ਆਪਾਂ ਤੇ ਖੂਨ ਪਿੱਛੇ ਆਪਾਂ ਬੜਾ ਕੁਝ ਕਰ ਜਾਂਦੇ ਆ ਆਪਣੇ, ਤੇ ਬਟ ਕੌਮ ਪਿੱਛੇ ਕਰਨਾ ਨਾ ਵੀਰ ਜੀ, ਉਹ ਦੈਟ ਇਜ਼ ਅ ਰੀਅਲ ਹੀਰੋ, ਜਿਹੜੇ ਕਿ ਸਾਡੇ ਬਾਬਾ ਜੀ ਹੈ ਨਾ, ਕਿ ਆਪਣੇ ਪਿੱਛੇ ਅਸੀਂ ਚਲੋ ਭੀਖ ਵੀ ਮੰਗ ਲਾਂਗੇ, ਅਸੀਂ ਆਪਣੇ ਪਿੱਛੇ ਚੋਰੀ ਵੀ ਕਰ ਲਾਂਗੇ, ਆਪਣੇ ਬੱਚਿਆਂ ਪਿੱਛੇ ਤੇ ਜੋ ਵੀ ਕਰਾਂਗੇ ਉਹ ਮੈਟਰ ਨਹੀਂ ਕਰਦਾ, ਰਾਈਟ, ਉਹ ਤੇ ਆਪਣੇ ਵਾਸਤੇ ਕਰ ਰਹੇ ਆ, ਬਟ ਜਿਹੜਾ ਕੌਮ ਵਾਸਤੇ ਬਾਬਾ ਜੀ ਕਰ ਗਏ ਨੇ, ਉਹ ਸਾਡੇ ਗੁਰੂ ਨਾਨਕ ਦੇਵ ਜੀ ਕਾ ਜਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ 10 ਗੁਰੂਆਂ ਤੋਂ ਘੱਟ ਨਹੀਂ ਕਰਕੇ ਗਏ। ਉਹਨਾਂ ਦੀ ਜੋ ਸਿੱਖਿਆਵਾਂ ਸੀਗੀਆਂ ਕਿ ਆਪਣਾ ਵਾਰਨਾ ਹਨਾ, ਆਪਣੇ ਦੇਹ ਨੂੰ ਸੇਵਾ ਦੇ ਵਿੱਚ ਲਾ ਕੇ ਜਾਣਾ, ਉਹ ਕੰਮ ਬਾਬਾ ਜੀ ਕਰਕੇ ਗਏ। ਫੰਡਾਂ ਦੀ ਜਦੋਂ ਗੱਲ ਆਉਂਦੀ ਹੈ ਭੈਣ ਜੀ, ਇਹ ਕਿੰਨਾ ਕੁ ਜ਼ਰੂਰੀ ਮਹਿਸੂਸ ਹੋਇਆ ਤੁਹਾਨੂੰ ਇੱਥੇ? ਨਹੀਂ ਵੀਰ ਜੀ, ਬਹੁਤ ਜ਼ਿਆਦਾ ਫੰਡਸ ਲੋੜ ਨੇ। ਮੈਂ ਤੇ ਇਹੀ ਕਹਾਂਗੀ ਕਿ ਇਟ ਇਜ਼ ਐਂਡਲੈਸ ਸੇਵਾ। ਸੋ ਅਸੀਂ ਜਦੋਂ ਤੱਕ ਸਾਡੇ ਸਵਾਸ ਹੈਗੇ ਨੇ, ਇੱਕ ਬੰਦਾ ਪੂਰਾ ਤੇ ਕੁਝ ਵੀ ਨਹੀਂ ਕਰ ਸਕਦਾ। ਹੋਰ ਮੈਂ ਇਹ ਵੀ ਸੰਗਤ ਨੂੰ ਕਹਾਂਗੀ ਕਿ ਅਸੀਂ ਇਹ ਵੀ ਨਾ ਸੋਚੀਏ ਕਿ ਅਸੀਂ ਕਿੰਨਾ ਕੁ ਦਵਾਂਗੇ, ਲਾਈਕ ਮੰਗੀ ਜਾਂਦੇ ਨੇ, ਇਹਨਾਂ ਦਾ ਤੇ ਹੁਣ ਲੋਨ ਖਤਮ ਹੋ ਗਿਆ, ਹੁਣ ਕਮਰਿਆਂ ਦੀ ਸੇਵਾ ਆ ਗਈ, ਪਰ ਅਸੀਂ ਜਦੋਂ ਆਪਣੇ ਬੱਚਿਆਂ ਨੂੰ ਪਾਲਣ ਲੱਗਦੇ ਹਾਂ, ਅਸੀਂ ਕਦੀ ਸੋਚਦੇ ਹਾਂ ਕਿ ਅਸੀਂ ਇਹਨਾਂ ਨੂੰ ਕਦੋਂ ਤੱਕ ਖਵਾਈ ਜਾਵਾਂਗੇ। ਹੁਣ ਪਹਿਲੇ ਨਿਆਣੇ ਸਿਖਵਾਇਆ, ਹੁਣ ਮਿਡਲ ਕਲਾਸ 'ਚ ਆ ਕੇ ਖਵਾਇਆ,
ਹੁਣ ਸੀਨੀਅਰ ਚ ਆ ਗਏ, ਉਹਨਾਂ ਦੇ ਵਿਆਹ ਤੱਕ ਵੀ ਹੋ ਜਾਂਦੇ ਨੇ, ਅੱਗੋਂ ਉਹਨਾਂ ਦੇ ਬੱਚਿਆਂ ਨੂੰ ਵੀ ਪਾਲਣ ਦੀ ਅਸੀਂ ਜ਼ਿੰਮੇਵਾਰੀ ਰੱਖਦੇ ਹਾਂ ਕਿ ਇਹ ਸਾਡੇ ਗ੍ਰੈਂਡ ਚਿਲਡਰਨਸ ਨੇ, ਅਸੀਂ ਦਾਦੀ ਬਣ ਗਏ, ਨਾਨੀ ਬਣ ਗਏ। ਸੋ ਆਖਿਰਲੇ ਸਵਾਸ ਤੱਕ ਅਸੀਂ ਉਹ ਦਰਦ ਆਪਣੇ ਪੋਤੇ ਪੋਤੀਆਂ ਤੱਕ ਵੀ ਰੱਖਦੇ ਹਾਂ, ਅਸੀਂ ਚੈਨ ਨਾਲ ਨਹੀਂ ਬੈਠਦੇ ਹੈ ਨਾ। ਤੇ ਐਗਜ਼ੈਕਟਲੀ ਇਹ ਵੀ ਤੇ ਸਾਡੇ ਹੀ ਬੱਚੇ ਨੇ। ਤੇ ਅਸੀਂ ਵੀ ਸੋਚੀਏ ਜਦੋਂ ਤੱਕ ਸਵਾਸ ਨੇ, ਜਿੱਥੇ ਅਸੀਂ ਆਪਣੇ 4-5 ਬੱਚਿਆਂ ਦਾ ਕਰ ਰਹੇ ਹਾਂ, 2 ਬੱਚਿਆਂ ਦਾ ਕਰ ਰਹੇ ਹਾਂ, ਇਹ ਵੀ ਸਾਡੇ ਬੱਚੇ ਨੇ। ਜਦੋਂ ਤੱਕ ਸਵਾਸ ਰਹਿਣ, ਜਦੋਂ ਤੱਕ ਜ਼ਿੰਦਗੀ ਰਵੇ, ਜੇ ਪੈਸੇ ਦੇਣ ਨੂੰ ਹੈਗੇ ਨੇ, ਜੀ ਹੈਗੇ ਬਿਲਕੁਲ, ਜੇ ਹੈਗੇ ਨੇ, ਤੇ ਜਦੋਂ ਦਿਲ 'ਚ ਸ਼ਰਧਾ ਆਂਦੀ ਹੈ ਕਿ ਅਸੀਂ ਗੁਰੂ ਦਾ 10ਵਾਂ ਹਿੱਸਾ ਤੇ ਕੱਢਣਾ ਹੀ ਕੱਢਣਾ ਹੁੰਦਾ। ਜੀ ਕਹਿੰਦੇ ਨਾ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਗੁਰੂ ਨਾਨਕ ਦੇ ਘਰ ਦਾ ਜਿਹੜਾ ਰਸਤਾ ਹੈ ਨਾ ਵੀਰ ਜੀ, ਉਹ ਦਸਵੰਤ ਹੀ ਹੈਗਾ ਹਨਾ। ਦਸਵੰਤ ਬਹੁਤ ਜ਼ਰੂਰੀ ਹੈ। 10ਵਾਂ ਹਿੱਸਾ ਤੇ ਐਟਲੀਸਟ ਦਈਏ, 90 ਹਿੱਸੇ ਤੇ ਗੁਰੂ ਸਾਨੂੰ ਦੇ ਹੀ ਰਿਹਾ, ਆਪਣੇ ਰੋਜ਼ਗਾਰ ਵਾਸਤੇ ਜ਼ਿਆਦਾ ਵੀ ਦੇ ਸਕੀਏ, ਦਈਏ। ਤੇ ਮੈਨੂੰ ਤੇ ਇਹੀ ਲੱਗਿਆ ਕਿ ਅਸੀਂ ਜਦੋਂ ਤੱਕ ਜ਼ਿੰਦਗੀ ਵਿੱਚ ਆਖਿਰਲਾ ਸਵਾਸ ਹੈ, ਅਸੀਂ ਜ਼ਰੂਰ ਕਹੀਏ ਕਿ ਅਸੀਂ ਐਜੂਕੇਸ਼ਨ ਨੂੰ ਦੇਣਾ। ਯਹੂਦੀਆਂ ਨੇ ਵੀਰ ਜੀ ਫੰਡ ਇਕੱਠਾ ਕਰ ਕਰਕੇ, ਮਾਪੇ ਕਹਿੰਦੇ ਸੀ ਬੱਚੇ ਪੈਦਾ ਕਰਨ ਤੇ ਕੌਮ ਦਾ ਫਰਜ਼ ਹੈ ਬੱਚੇ ਪੜਾਵਾਂਗੇ ਸੀ ਹਨਾ। ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ, ਆਪਣੀ ਕੌਮ ਨੂੰ ਪੜ੍ਹਾ ਕੇ, ਹੁਣ ਤੱਕ ਉਹ ਪੜ੍ਹਾਈ ਜਾ ਰਹੇ ਨੇ। ਆਪਣੀ ਕੌਮ, ਆਪਣੇ ਬੱਚਿਆਂ ਨੂੰ ਉਹ ਆਪਣੇ ਤੋੜਾ ਗ੍ਰੰਥ ਨਾਲ ਜੋੜ ਰਹੇ ਨੇ ਹਨਾ। ਸਭ ਤੋਂ ਕਹਿ ਲਓ ਕਿ ਮਿਨੋਰਿਟੀ ਵਿੱਚ ਉਹ ਆਉਂਦੇ, ਸਾਡੇ ਤੋਂ ਵੀ ਘੱਟ ਆਬਾਦੀ ਹੈ, ਤੇ ਉਹ ਆਪਣੀ ਦੁਨੀਆ ਦੇ ਵਿੱਚ ਇੰਨਾ ਨਾਮ ਰੋਸ਼ਨ ਕਰ ਰਹੇ ਨੇ। ਤੇ ਉਵੇਂ ਹੀ ਮੈਂ ਤੇ ਇਹ ਕਹਾਂਗੀ ਕਿ ਆਪਣੀਆਂ ਅਕਾਲ ਅਕੈਡਮੀਜ਼ ਜਿਹੜੀ ਬਾਬਾ ਜੀ ਦੀ ਇਹ ਹਰੀ ਭਰੀ ਫੁਲਵਾਰੀ ਜਿਹੜੀ ਰੀਅਲ ਸੇਵਾ, ਟਰੂ ਸੇਵਾ, ਕਿ ਬੱਚੇ ਨੂੰ ਪੜ੍ਹਾ ਦਿਓ ਹਨਾ। ਉਹ ਆਪਣੀਆਂ 7 ਕੁੱਲਾਂ ਅੱਗੋਂ ਆਪੇ ਪੜ੍ਹਾ ਜਾਏਗਾ, ਪੜ੍ਹਾ ਦੇਣਗੇ, ਬਿਲਕੁਲ ਆਪੇ ਪੜ੍ਹਾ ਜਾਏਗਾ। ਜਿਵੇਂ ਉਹਨੇ ਭੈਣ ਜੀ ਨੇ ਕਿਹਾ ਕਿ 50% ਫੈਮਲੀਜ਼ ਜਿਹੜੀਆਂ ਨੇ ਬਿਲਕੁਲ ਅਨਪੜ੍ਹ ਫੈਮਲੀਆਂ, ਬਟ ਉਹ ਚਾਹੁੰਦੇ ਨੇ ਕਿ ਸਾਡਾ ਬੱਚਾ ਪੜ੍ਹ ਜਾਏ ਹਨਾ। ਮੈਂ ਈਵਨ ਕਿ ਤੁਸੀਂ ਮੰਨੋਗੇ ਵੀਰ ਜੀ, ਜਦੋਂ ਕਲਾਸਰੂਮ ਵਿੱਚ ਅਸੀਂ ਪਹਿਲੇ ਜਦੋਂ ਗਏ ਆ ਆਪ ਜੀ ਨਾਲ, ਇੱਕ ਛੋਟੀ ਜਿਹੀ ਚੀਜ਼ ਹੀ ਮੈਂ ਨੋਟ ਕੀਤੀ ਕਿ ਬੱਚਿਆਂ ਦੇ ਸਕੂਲ ਬੈਗ ਸੀਗੇ ਹਨਾ, ਉਹ ਬਹੁਤ ਫਟੇ ਹੋਏ ਸੀਗੇ। ਔਰ ਜਸਟ ਉਹ ਨਰਸਰੀ ਕਲਾਸ ਸੀ, ਯਾਨੀ ਉਹ ਬੱਚਿਆਂ ਦਾ ਜਸਟ ਐਡਮਿਸ਼ਨ ਹੀ ਹੋਇਆ ਸੀਗਾ। ਸੋ ਪੇਰੈਂਟਸ ਨੇ ਲੱਗਦਾ ਸੀਗਾ ਕਿ ਉਹ ਕਿਸੇ ਕੋਲੋਂ ਬੋਰੋ ਕੀਤੇ ਨੇ ਤੇ ਬੱਚੇ ਨੂੰ ਕਿਤਾਬਾਂ ਪਾ ਕੇ ਸਕੂਲ ਭੇਜਿਆ ਹੋਵੇ ਹਨਾ। ਤੇ ਮੈਂ ਤੇ ਇਹੀ ਕਹਾਂਗੀ ਕਿ ਫੰਡਸ ਦੀ ਤੇ ਬਹੁਤ ਲੋੜ ਹੈ। ਜਿਹੜੀ ਹੁਣ ਸਪੈਸ਼ਲੀ ਕਲਾਸਰੂਮ ਬਣ ਰਹੇ ਹੈਗੇ ਨੇ ਕਿ 5-7 ਸਾਲ ਤੋਂ ਗੁਰੂ ਕਾਸ਼ੀ ਦਾ ਜਿਹੜਾ ਪ੍ਰੋਜੈਕਟ ਸੀਗਾ, ਉਹਦੇ ਕਰਕੇ ਮੇਨਟੇਨੈਂਸ ਬਿਲਕੁਲ ਰੁਕੀ ਪਈ ਸੀਗੀ। ਤੇ ਜਿਵੇਂ ਕਿ ਕੱਲ ਕਾਕਾ ਵੀਰ ਜੀ ਨੇ ਦੱਸਿਆ ਸਾਨੂੰ ਕਿ 35 ਸਕੂਲ ਸਾਡੇ ਜਿਹੜੇ 9th ਤੋਂ 10th ਗ੍ਰੇਡ ਵਿੱਚ ਗਏ ਨੇ, ਤੇ ਉਹਦੀਆਂ ਐਫੀਲੇਸ਼ਨਸ ਦਾ ਖਰਚਾ, ਉਹਦੇ ਹੁਣ ਕਲਾਸਰੂਮ ਬਣ ਰਹੇ ਨੇ, ਉਹਦੀਆਂ ਜਿਹੜੀਆਂ ਰਿਕੁਆਇਰਮੈਂਟ ਹੁੰਦੀ ਹੈ ਪਰ ਅਕੈਡਮੀ 4500 ਸਕੁਆਇਰ ਫੀਟ ਏਰੀਆ ਕਵਰ ਕਰਨਾ ਹੈ, ਉਹ ਆ ਕੇ ਫਿਰ ਇਨਸਪੈਕਸ਼ਨ ਕਰਦੇ ਨੇ, ਫਿਰ ਐਫੀਲੇਸ਼ਨ ਦਿੰਦੇ ਹੈਗੇ ਨੇ। ਤੇ ਸੋ ਬਸ ਅਸੀਂ ਤੇ ਇਹੀ ਕਹੀਏ, ਇੱਥੇ ਗੱਲ ਵੀਰ ਜੀ ਸਿੱਧੀ ਜੀ ਗੱਲ ਇੰਸਟੀਟਿਊਸ਼ਨ ਦੀ ਨਹੀਂ ਹੋ ਰਹੀ, ਸਿੱਧੀ ਜੀ ਗੱਲ ਇਹ ਗੱਲ ਇਹ ਨਹੀਂ ਹੋ ਰਹੀ ਕਿ ਉਹਦੇ ਬੱਚਿਆਂ, ਉਹਨਾਂ ਦੇ ਪੰਜਾਬ ਦੇ ਬੱਚੇ, ਮੈਂ ਤੇ ਇਹ ਕਹਾਂਗੀ ਇਹ ਗੱਲ ਇਸ ਟਾਈਮ ਕੌਮ ਦੀ ਹੋ ਰਹੀ ਜੀ। ਬਿਲਕੁਲ ਔਰ ਇਹ ਆਰਗੇਨਾਈਜੇਸ਼ਨ ਜਿਹੜੀ ਹੈ ਬਹੁਤ ਸੋਹਣੇ ਤੇ ਸੁਚੱਜੇ ਢੰਗ ਦੇ ਨਾਲ ਇਸ ਟਾਈਮ ਦੇ ਉੱਤੇ ਸੇਵਾ ਕਰ ਰਹੀ ਹੈ। ਇੰਨੇ ਅੱਛੇ ਫਾਈਨੈਂਸ਼ੀਅਲ ਮੈਨੇਜਮੈਂਟ ਮੈਂ ਦੇਖੇ ਨੇ, ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇਖੇ ਨੇ ਕਿ ਅਗਰ ਅਸੀਂ $1 ਦਾਨ ਕਰਦੇ ਹਾਂ ਤੇ ਉਹ ਤੁਸੀਂ ਇੱਕ ਨਹੀਂ ਕਰ ਰਹੇ, ਉਹ ਇਹਨਾਂ ਨੇ ਆਪੇ ਉਹਨੂੰ $5 ਬਣਾ ਦੇਣਾ। ਉਹ $1 ਦਾ ਵੀ ਵਿੱਚੋਂ ਮਿੱਝ ਕੱਢ ਕੇ 5 ਗੁਣਾ ਉਹਨੂੰ ਕਰਕੇ ਸੇਵਾ ਹੋ ਰਹੀ ਹੈ। ਇਸ ਤਰੀਕੇ ਨਾਲ ਪੈਸਾ ਯੂਟਿਲਾਈਜ਼, ਇਸ ਤਰੀਕੇ ਨਾਲ ਪੈਸਾ ਯੂਟਿਲਾਈਜ਼ ਹੋ ਰਿਹਾ ਹੈ। ਜਿਹੜੇ ਇੱਥੇ ਕਾਫੀ ਟੀਚਰਸ ਨੇ, ਜਿਵੇਂ ਸਾਡੇ ਵਾਈਸ ਚਾਂਸਲਰ, ਮੈਨੂੰ ਪਤਾ ਚੱਲਿਆ ਕਿ ਉਹ ਵੋਲੰਟੀਅਰ ਨੇ, ਜਿਹੜੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਡੇ ਡਾਕਟਰ ਦਵਿੰਦਰ ਵੀਰ ਜੀ ਨੇ, ਨੀਲਮ ਭੈਣ ਜੀ ਨੇ, ਕਾਕਾ ਵੀਰ ਜੀ ਨੇ, ਜਿਨ੍ਹਾਂ ਨੇ ਪੂਰੀ ਜਵਾਨੀਆਂ ਲਾਤੀ, ਉਹਨਾਂ ਨੇ ਕੀ ਪੈਸਾ ਲੈਣਾ ਵੀਰ ਜੀ ਨਾ, ਤੇ ਫ੍ਰੀ ਸੇਵਾ ਕਰ ਰਹੇ ਨੇ। ਇਹ ਬੜੀ ਵੱਡੀ ਇੱਕ ਯੂਨੀਕ ਗੱਲ ਹੈ, ਕਿਉਂਕਿ ਕੀ ਹੁੰਦਾ ਵੀਰ ਜੀ ਕਿ ਆਰਗੇਨਾਈਜੇਸ਼ਨਸ ਦਾ ਮੈਂ ਜਿੱਥੋਂ ਤੱਕ ਸੁਣਿਆ ਹੈ ਕਿ 75% ਖਰਚਾ ਐਡਮਿਨਿਸਟ੍ਰੇਸ਼ਨ ਤੇ ਨਿਕਲ ਜਾਂਦਾ ਹੈ, ਕਾਜ਼ ਤੇ ਸਿਰਫ 25% ਜਾਂਦਾ ਹੈ, ਲਾਈਕ 35% 40%। ਹੋਰ ਇੱਥੇ ਮੈਨੂੰ ਲੱਗਦਾ ਹੈ ਕਿ ਸਾਡਾ ਲੈਸ ਦੈਨ 10% ਖਰਚਾ ਹੈ, 90% ਜਿਹੜਾ ਖਰਚਾ ਉਹ ਐਗਜ਼ੈਕਟ ਕਾਜ਼ ਨੂੰ ਜਾ ਰਿਹਾ। ਤੇ ਮਾਇਆ ਦੀ ਤੇ ਬਹੁਤ ਲੋੜ ਹੈ ਕਿ ਮੈਂ ਜਿਵੇਂ ਪਹਿਲੇ ਵੀ ਦੱਸਿਆ ਸੀ, ਜਿਵੇਂ ਅਸੀਂ 200 ਕਮਰੇ, 200 ਤੋਂ ਵੀ ਉੱਪਰ ਹੀ ਕਾਕਾ ਵੀਰ ਜੀ ਕਹਿ ਰਹੇ ਸੀ ਬੰਨੇ ਨੇ, ਤੇ ਆਪਣੇ 67 ਕਮਰਿਆਂ ਦੀ ਸੇਵਾ ਹੋਈ ਸੀ। ਤੇ ਅਸੀਂ ਜਿੰਨਾ ਵੱਧ ਤੋਂ ਵੱਧ ਕਰੀਏ, ਅਸੀਂ ਜਿਵੇਂ ਹਰਭਜਨ ਵੀਰ ਜੀ ਆਏ ਹੋਏ ਨੇ, ਮਸਤਾਨ ਵੀਰ ਜੀ, ਤੇ ਬੜਾ ਪਿਆਰਾ ਬੱਚਿਆਂ ਨੇ ਅਰੇਂਜਮੈਂਟ ਕੀਤਾ, ਵੈਲਕਮ ਕੀਤਾ। ਤੇ ਮੈਨੂੰ ਤੇ ਉਹਨਾਂ ਦੇ ਵਿੱਚ ਨਾ ਉਹੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਹੀ ਨਜ਼ਰ ਆ ਰਹੇ ਸੀਗੇ। ਜੇ ਆਪਣੇ ਅੱਖਾਂ ਤੋਂ ਮੋਹ ਮਾਇਆ ਦੀ ਆਪਣੀ ਪੱਟੀ ਹਟਾ ਦਈਏ
ਤੇ ਫਿਰ ਤੇ ਕਹਿੰਦੇ ਨਾ ਹਰ ਇੱਕ ਦੇ ਵਿੱਚ ਹੀ ਪ੍ਰਮਾਤਮਾ ਦੀ ਜੋਤ ਹੈ, ਇੱਕੋ ਰੂਪ ਹੈ ਜੀ, ਫਿਰ ਇੱਕੋ ਰੂਪ ਹੈ ਇੱਕ ਹਨਾ। ਸਰੂਪ। ਤੇ ਉਹ ਬੱਚਿਆਂ ਦੇ ਵਿੱਚ ਮੈਨੂੰ ਤੇ ਦਿਲ ਕਰ ਹੱਕ ਕਰਕੇ ਬੰਦਾ ਕਿ ਦੰਦੀ ਵੱਢਦੇ ਨੇ ਪਿਆਰੇ ਬੱਚੇ। ਔਰ ਬਾਣੇ ਦੇ ਵਿੱਚ ਕਿਸ ਤਰ੍ਹਾਂ ਉਹ ਵੀ ਸਾਡਾ ਵੈਲਕਮ ਕਰ ਰਹੇ ਸੀਗੇ। ਤੇ ਬਟ ਬੜਾ ਇਮੋਸ਼ਨਲ, ਲਾਈਕ ਇਸ ਟਾਈਮ ਮੈਂ ਖੁਦ ਹੀ ਇੰਨੀ ਇਮੋਸ਼ਨਲ 2 ਦਿਨ ਤੋਂ ਜਿਵੇਂ ਵਿਰਾਗ ਆ ਰਿਹਾ ਹੈ। ਤੇ ਬਾਬਾ ਜੀ ਨੇ ਤਾਂ ਸਾਰੀ ਜ਼ਿੰਦਗੀ ਮੇਰੇ ਖਿਆਲ ਅਸੀਂ ਵਿਰਾਗ ਦੇ ਵਿੱਚ ਹੀ ਕੱਢ ਕੇ ਆਪਣੀ ਸੇਵਾ ਨਿਭਾ ਗਏ ਨੇ। ਹੁਣ ਸਾਡੇ ਪਿੱਛੇ ਜਿਹੜੀ ਬਾਬਾ ਜੀ ਆਪਣੀ ਲੈਗੇਸੀ ਛੱਡ ਕੇ ਗਏ ਨੇ ਉਹਨੂੰ ਕੰਟੀਨਿਊ ਰੱਖਣਾ ਵੀਰ ਜੀ। ਤੇ ਲੱਗਦਾ ਹੈ ਕਿ ਇੱਕ ਇੱਕ ਸਾਹ ਜਿਹੜਾ ਵੇ, ਇੱਕ ਇੱਕ ਜਿਹੜਾ ਹੁਣ ਪਲ ਹੈਗਾ ਵੇ, ਇਹ ਬੱਚਿਆਂ ਦੀ ਸੇਵਾ ਦੇ ਵਿੱਚ ਲੱਗ ਜੇ। ਇਹ ਬੱਚੇ ਪੜ੍ਹ ਕੇ ਨਿਕਲਣ, ਹੋਰ ਨੰਨੇ ਮੁੰਨੇ ਬੱਚੇ ਆਣ, ਤੇ ਤਾਂ ਕਿ ਸਾਡੇ ਬੱਚੇ ਪੂਰੀ ਦੁਨੀਆ ਦੇ ਵਿੱਚ, ਸਾਡਾ ਪੰਜਾਬ, ਸਾਡਾ ਸਿੱਖ ਕੌਮ ਜਿਹੜਾ ਹੈਗਾ ਵੇ ਐਜੂਕੇਸ਼ਨ ਦੇ ਵਿੱਚ ਪੰਜਾਬ ਸਟੇਟ ਨੰਬਰ 1 ਤੇ ਆ ਜਾਏ, ਜਿਹੜੀ ਹੁਣ ਬਹੁਤ ਪਿੱਛੇ ਚਲੀ ਗਈ ਨਾ ਵੀਰ ਜੀ। ਆਸ ਅਰਦਾਸ ਤੇ ਦੁਆ ਕਰਦੇ ਹਾਂ ਜੀ ਆਪਾਂ ਕਿ ਅਸੀਂ ਉਹਨਾਂ ਸੁਪਨਿਆਂ ਨੂੰ ਸਾਕਾਰ ਕਰੀਏ ਜਿਹੜੇ ਸੁਪਨੇ ਸੱਚਮੁੱਚ ਇਹਨਾਂ ਮਹਾਂਪੁਰਖਾਂ ਨੇ ਲਏ ਸੀ, ਇਹਨਾਂ ਸੰਤਾਂ ਨੇ ਲਏ ਸੀਗੇ। ਔਰ ਇਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਸਿਰਫ ਪੈਸਾ ਕਾਫੀ ਨਹੀਂ, ਤੁਹਾਡੇ ਅੰਦਰ ਜਜ਼ਬਾ ਚਾਹੀਦਾ, ਤੁਹਾਡੇ ਅੰਦਰ ਜਜ਼ਬਾਤ ਚਾਹੀਦੇ ਨੇ। ਜਿਵੇਂ ਮੁਕਤਾ ਭੈਣ ਜੀ ਉਹਨਾਂ ਨੇ ਕਿਹਾ ਕਿ ਇਹ ਨਾ ਸੋਚੋ ਕਿ ਤੁਸੀਂ ਪੰਜਾਬ ਦੇ ਬੱਚਿਆਂ ਨੂੰ ਪੜ੍ਹਾ ਰਹੇ ਹੋ, ਤੁਸੀਂ ਇਹ ਸੋਚ ਲਓ ਕਿ ਉਹ ਕੌਮ, ਜਿਹੜੀ ਕੌਮ ਨੂੰ ਕੁਝ ਇੱਕ ਸੁਸਾਇਟੀਆਂ ਨੇ ਸਿਰਫ ਆਪਣੇ ਕੋਲੇ ਰੱਖ ਲਿਆ, ਕੁਝ ਇੱਕ ਕਮੇਟੀਆਂ ਨੇ ਆਪਣੇ ਕੋਲੇ ਰੱਖ ਲਿਆ, ਕੁਝ ਇੱਕ ਰਾਜਨੀਤਿਕ ਪਾਰਟੀਆਂ ਨੇ ਆਪਣੇ ਕੋਲੇ ਰੱਖ ਲਿਆ। ਅਸੀਂ ਉਹਨਾਂ ਰਾਜਨੀਤਿਕ ਪਾਰਟੀਆਂ ਤੋਂ, ਉਹਨਾਂ ਕਮੇਟੀਆਂ ਤੋਂ, ਉਹਨਾਂ ਪਰਿਵਾਰਾਂ ਤੋਂ, ਜਿਹੜੇ ਪਰਿਵਾਰ ਇਹ ਕਹਿੰਦੇ ਕਿ ਹਮ ਹੀ ਪੰਥ ਕੇ ਦਰਦੀ ਹੈ, ਸਿਰਫ ਵੋਟਾਂ ਲੈਣ ਦੇ ਖਾਤਰ ਤੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਦੀ ਖਾਤਰ, ਆਪਾਂ ਉਹਨਾਂ ਤੋਂ ਆਜ਼ਾਦ ਕਰਾ ਕੇ ਇਹ ਜਿਹੜੇ ਅਸਲ ਦੇ ਵਿੱਚ ਪੜ੍ਹਾਈ ਦੇ ਵਿੱਚ ਵੀ ਚੰਗੇ ਵਿਦਿਆਰਥੀ ਨਿਕਲਣਗੇ, ਮਨੁੱਖਤਾ ਦੇ ਲਈ ਵੀ ਚੰਗੇ ਇਨਸਾਨ ਨਿਕਲਣਗੇ। ਕਿੱਡੀ ਖੁਸ਼ੀ ਦੀ ਗੱਲ ਹੈ ਕਿ ਇੱਕ ਰਤੀਏ ਦਾ ਵਿਦਿਆਰਥੀ ਜਿਹੜਾ ਹੈ ਉਹ ਬੱਚਾ ਇਸ ਵਕਤ ਨਾਸਾ ਦੇ ਵਿੱਚ ਹੈ। ਕਿੰਨੇ ਸਾਰੇ MBBS ਡਾਕਟਰ, 85 ਦੇ ਕਰੀਬ MBBS ਡਾਕਟਰ ਇਸ ਜਿਹੜੇ ਮਾਲਵੇ ਇਲਾਕੇ ਦੀਆਂ ਜਿਹੜੀਆਂ ਅਕੈਡਮੀਜ਼ ਨੇ ਉਹ MBBS ਪਰਸਿਊ ਕਰ ਰਹੇ ਨੇ ਆਪਣੀਆਂ। ਔਰ ਕਿੰਨੇ ਸਾਰੇ IAS ਬਣ ਰਹੇ ਹੋਣਗੇ, ਕਿੰਨੇ ਸਾਰੇ PCS ਬਣ ਰਹੇ ਨੇ। ਔਰ ਉਹ ਜਦੋਂ ਸਰਵਿਸਿਜ਼ ਦੇ ਵਿੱਚ ਜਾਣਗੇ ਤਾਂ ਤੁਸੀਂ ਆਪ ਵੇਖੋ ਕਿ ਕੌਮ ਦਾ ਨਾਂ ਕਿੰਨਾ ਰੋਸ਼ਨ ਕਰਨਗੇ, ਪੰਥ ਦਾ ਨਾਂ ਕਿੰਨਾ ਰੋਸ਼ਨ ਕਰਨਗੇ। ਕਿਉਂਕਿ ਇਸ ਗੱਲ ਦਾ ਸਾਨੂੰ ਪੂਰਨ ਭਰੋਸਾ ਹੈ ਕਿ ਜਿਹੜਾ ਬੱਚਾ ਇੱਥੋਂ ਪੜ੍ਹ ਕੇ ਜਾਂਦਾ ਹੈ ਉਸ ਬੱਚੇ ਦੇ ਅੰਦਰ ਐਸਾ ਵਿਹਾਰ ਚੱਲ ਰਿਹਾ ਹੁੰਦਾ, ਗੁਰਬਾਣੀ ਦਾ ਐਸਾ ਪ੍ਰਵਾਹ ਚੱਲ ਰਿਹਾ ਹੁੰਦਾ ਕਿ ਉਹ ਬੱਚਾ ਕਦੇ ਵੀ ਬੇਈਮਾਨੀ ਦੇ ਵੱਲ ਨਹੀਂ ਜਾਏਗਾ, ਇਮਾਨਦਾਰੀ ਦੇ ਉੱਤੇ ਕਾਇਮ ਰਹੇਗਾ। ਔਰ ਉਸ ਇਮਾਨਦਾਰੀ ਦੀ ਇੱਕ ਇਮਾਨਦਾਰੀ ਦੀ ਮਿਸਾਲ ਤੋਂ ਬਾਅਦ ਇੱਕ ਚੰਗਾ ਜਿਹਾ ਇਮਾਨਦਾਰੀ ਦੇ ਮਿਸਾਲਾਂ ਦਾ ਕਾਫਲਾ ਬਣਦਾ ਹੁੰਦਾ ਤੇ ਫਿਰ ਉਹੀ ਕਾਫਲਾ ਸਾਰੇ ਸਮਾਜ ਨੂੰ ਰੌਸ਼ਨ ਕਰ ਰਿਹਾ ਹੁੰਦਾ। ਸੋ ਇਹ ਸੇਵਾ ਸੱਚਮੁੱਚ ਬੜੀ ਲਾਜ਼ਮੀ ਹੈ। ਔਰ ਸਾਨੂੰ ਆਪਣੇ ਜਜ਼ਬਿਆਂ ਔਰ ਜਜ਼ਬਾਤਾਂ ਦੇ ਨਾਲ ਧਨ ਦੀ ਜਿਹੜੀ ਜ਼ਰੂਰਤ ਹੈ ਉਸ ਜ਼ਰੂਰਤ ਦੇ ਲਈ ਅਸੀਂ ਉਹ ਗੱਲ ਨੂੰ ਧਿਆਨ ਦੇ ਵਿੱਚ ਰੱਖੀਏ ਕਿ ਇੱਕ ਸਿੱਖ ਨੂੰ ਦਸਵੰਧ ਕਿੰਨਾ ਲਾਜ਼ਮ ਕੀਤਾ ਗਿਆ ਗੁਰੂ ਸਾਹਿਬ ਦੁਆਰਾ, ਤੇ ਉਹ ਦਸਵੰਧ ਆਪਾਂ ਉਹਨਾਂ ਥਾਵਾਂ ਤਾਂ ਨਾ ਦਈਏ ਜਿਨ੍ਹਾਂ ਥਾਵਾਂ 'ਤੇ ਪਹਿਲਾਂ ਹੀ ਪੈਸੇ ਦੀ ਬਹੁਤਾਤ ਹੋਈ ਵੀ ਹੈ ਔਰ ਉਸ ਬਹੁਤਾਤ ਦੇ ਵਿੱਚੋਂ ਕਰਪਸ਼ਨ ਜਨਮ ਲੈ ਰਹੀ ਹੈ। ਉਸ ਕਰਪਸ਼ਨ ਕਰਕੇ ਇੱਕ ਵਿਅਕਤੀ ਜਿਹੜਾ ਹੈ ਉਹ ਬੇਈਮਾਨੀ ਵੱਲ ਜਾ ਰਿਹਾ ਤੇ ਸਮਾਜ ਸਾਡਾ ਗਰਕ ਹੋ ਰਿਹਾ। ਅਸੀਂ ਆਪਣੇ ਦਸਵੰਧ ਨੂੰ ਉਸ ਥਾਂ ਦੇ ਉੱਤੇ ਦੇਣ ਦੀ ਕੋਸ਼ਿਸ਼ ਕਰੀਏ ਜਿਹੜੀ ਥਾਂ ਦੇ ਵਿੱਚੋਂ ਇੱਕ ਐਸੀ ਜਾਗਰਤੀ ਆ ਰਹੀ ਹੈ, ਇੱਕ ਐਸੀ ਚੇਤਨਤਾ ਆ ਰਹੀ ਹੈ ਜਿਹੜੀ ਕੌਮ ਦੇ ਲਈ, ਜਿਹੜੀ ਪੰਥ ਦੇ ਲਈ ਇੱਕ ਐਸਾ ਚਾਨਣ ਮੁਨਾਰਾ ਬਣੇਗੀ ਵੱਡੇ ਰੂਪ ਦੇ ਵਿੱਚ। ਅਕਾਲ ਅਕੈਡਮੀਆਂ ਦੇ ਪੜ੍ਹੇ ਹੋਏ ਵਿਦਿਆਰਥੀ ਜਦੋਂ ਇੱਥੋਂ ਬਾਹਰ ਨਿਕਲਣਗੇ, ਬਾਹਰ ਨਿਕਲ ਕੇ ਉਹ ਸਮਾਜ ਨੂੰ ਰੌਸ਼ਨ ਕਰਨਗੇ ਤੇ ਸਾਨੂੰ ਉਸ ਰੌਸ਼ਨੀ ਦੀ, ਸਾਨੂੰ ਉਸ ਲਾਈਟ ਦੀ ਸੱਚਮੁੱਚ ਬਹੁਤ ਜ਼ਰੂਰਤ ਹੈ। ਅਕਾਲ ਅਕੈਡਮੀਆਂ ਦੇ ਇਸ ਸਫ਼ਰ ਨੂੰ ਜਾਰੀ ਰੱਖਾਂਗੇ ਕਿਉਂਕਿ ਇਹ ਕਾਰਜ ਬਹੁਤ ਵੱਡਾ ਤੇ ਇਸ ਕਾਰਜ ਦੇ ਵਿੱਚ ਅਸੀਂ ਜਸ ਟੀਵੀ ਵੱਲੋਂ ਇਸੇ ਤਰੀਕੇ ਨਾਲ ਤੁਹਾਡੇ ਸਾਹਮਣੇ ਸੱਚਾਈਆਂ ਰੱਖ ਕੇ ਹੀ ਯੋਗਦਾਨ ਪਾ ਸਕਦੇ ਹਾਂ। ਦਿਓ ਇਜਾਜ਼ਤ, ਬਣੇ ਰਹੋ ਜਸ ਪੰਜਾਬੀ ਦੇ ਨਾਲ। ਸਤਿ ਸ਼੍ਰੀ ਅਕਾਲ। ਸ੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।